ਜਦੋਂ ਧੰਨ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਪਾਤਸ਼ਾਹ ਜੀ ਭਾਈ ਲਹਿਣੇ ਨੂੰ ਆਣ ਕਰਕੇ ਮਿਲੇ ਨੇ, ਤਾਂ ਭਾਈ ਲਹਿਣਾ ਜੀ ਦੇਖ ਕਰਕੇ ਕਹਿਣ ਲੱਗੇ, ਅਸੀਂ ਗੁਣਾਂ ਦੀ ਖਾਣ ਕਿਰਪਾ ਦੇ ਘਰ ਧੰਨ ਗੁਰੂ ਨਾਨਕ ਦੇਵ ਪਾਤਸ਼ਾਹ ਜੀਆਂ ਦੇ ਦਰਸ਼ਨ ਕਰਨੇ ਹਨ। ਕਹਿਣ ਲੱਗੇ ਉਹਨਾਂ ਦੇ ਦਰਸ਼ਨ ਕਰਨੇ ਚਾਹੁੰਦੇ ਹਾਂ, ਤੇ ਆਪ ਜੀ ਕਿਰਪਾ ਤੇ ਰਹਿਮਤ ਕਰਕੇ ਸਾਨੂੰ ਦੱਸੋ ਕਿ ਉਹ ਇਸੇ ਨਗਰ ਦੇ ਅੰਦਰ ਤੇ ਹਨ, ਪਰ ਹਜੂਰ ਨੇ ਕਿੱਥੇ ਆਪਣਾ ਟਿਕਾਣਾ ਕੀਤਾ ਹੈ। ਧੰਨ ਗੁਰੂ ਨਾਨਕ ਦੇਵ ਪਾਤਸ਼ਾਹ ਜੀ ਆਖਦੇ ਨੇ, ਆਓ ਅਸੀਂ ਆਪ ਜੀਆਂ ਦੇ ਨਾਲ ਚੱਲ ਕਰਕੇ ਜਾਂਦੇ ਹਾਂ, ਕਿਉਂਕਿ ਭਾਈ ਲਹਿਣਾ ਜੀ ਚਾਹੇ ਧੰਨ ਗੁਰੂ ਨਾਨਕ ਦੇਵ ਪਾਤਸ਼ਾਹ ਜੀਆਂ ਨੂੰ ਹੀ ਪੁੱਛ ਰਹੇ ਨੇ, ਪਰ ਕਦੇ ਵੀ ਸਤਿਗੁਰੂ ਪਾਤਸ਼ਾਹ ਜੀਆਂ ਦੇ ਦਰਸ਼ਨ ਨਹੀਂ ਕੀਤੇ, ਇਸ ਕਰਕੇ ਹਜੂਰ ਦੇ ਮੁਖੜੇ ਤੋਂ ਅਜੇ ਜਾਣੋ ਨਹੀਂ ਹਨ। ਤੇ ਇੱਥੇ ਆਣ ਕਰਕੇ ਧੰਨ ਗੁਰੂ ਨਾਨਕ ਦੇਵ ਪਾਤਸ਼ਾਹ ਜੀ ਨੂੰ ਹੀ ਪੁੱਛਿਆ ਹੈ ਕਿ ਅਸੀਂ ਸਤਿਗੁਰਾਂ ਦੇ ਦਰਸ਼ਨ ਕਰਨੇ ਨੇ। ਸੁਣ ਕਰਕੇ ਬਾਬੇ ਲਹਿਣੇ ਦੀ ਗੱਲ ਨੂੰ ਧੰਨ ਗੁਰੂ ਨਾਨਕ ਦੇਵ ਪਾਤਸ਼ਾਹ ਜੀ ਕਹਿਣ ਲੱਗੇ, ਆਓ ਸਾਡੇ ਨਾਲ ਚੱਲੋ, ਅਸੀਂ ਆਪ ਜੀ ਨੂੰ ਦਰਸ਼ਨ ਕਰਵਾ ਦਿੰਦੇ ਹਾਂ। ਆਪ ਜੀਆਂ ਨੂੰ ਧੰਨ ਗੁਰੂ ਨਾਨਕ ਦੇਵ ਪਾਤਸ਼ਾਹ ਜੀ ਦੇ ਪਾਸ ਲੈ ਕਰਕੇ ਜਾਈਏ ਜਿੱਥੇ ਸਤਿਗੁਰੂ ਟਿਕੇ ਹਨ। ਕਹਿਣ ਲੱਗੇ, ਜਿਨ੍ਹਾਂ ਦੇ ਬਾਰੇ ਆਪ ਜੀਆਂ ਨੇ ਬੜੇ ਪ੍ਰੇਮ ਦੇ ਨਾਲ ਪੁੱਛਿਆ ਹੈ ਤੇ ਜਿਨ੍ਹਾਂ ਦੇ ਆਪ ਜੀ ਦਰਸ਼ਨ ਕਰਨਾ ਚਾਹੁੰਦੇ ਹੋ। ਇੰਨੀ ਗੱਲ ਕਹਿ ਕਰਕੇ ਤੇ ਧੰਨ ਗੁਰੂ ਨਾਨਕ ਦੇਵ ਪਾਤਸ਼ਾਹ ਜੀ ਅੱਗੇ ਅੱਗੇ ਤੁਰ ਪਏ ਹਨ। ਧੰਨ ਗੁਰੂ ਨਾਨਕ ਦੇਵ ਪਾਤਸ਼ਾਹ ਜੀ ਅੱਗੇ ਅੱਗੇ ਤੁਰੇ ਜਾਂਦੇ ਨੇ ਪੈਦਲ, ਤੇ ਬਾਬਾ ਲਹਿਣਾ ਜੀ ਘੋੜੀ ਦੇ ਉੱਪਰ ਸਵਾਰ ਨੇ। ਅੱਗੇ ਸਤਿਗੁਰੂ ਚੱਲ ਪਏ ਤੇ ਪਿੱਛੇ ਪਿੱਛੇ ਬਾਬਾ ਲਹਿਣਾ ਜੀ ਤੁਰੇ ਜਾਂਦੇ ਹਨ। ਪਹੁੰਚ ਗਏ ਨੇ ਜਾ ਕਰਕੇ ਉਸ ਧਰਮਸ਼ਾਲਾ ਦੇ ਅੰਦਰ ਜਿੱਥੇ ਧੰਨ ਗੁਰੂ ਨਾਨਕ ਦੇਵ ਪਾਤਸ਼ਾਹ ਜੀਆਂ ਨੇ ਆਪਣਾ ਟਿਕਾਣਾ ਕੀਤਾ ਹੈ। ਜਦੋਂ ਧਰਮਸ਼ਾਲਾ ਦੇ ਅੰਦਰ ਪਹੁੰਚ ਗਏ ਤਾਂ ਧੰਨ ਗੁਰੂ ਨਾਨਕ ਦੇਵ ਪਾਤਸ਼ਾਹ ਜੀ ਭਾਈ ਲਹਿਣਾ ਜੀ ਦੇ ਨਾਲ ਆਪਣਾ ਬਚਨ ਸਾਂਝਾ ਕਰਦੇ ਹਨ। ਕਹਿਣ ਲੱਗੇ, ਭਾਈ ਇਸ ਤਰ੍ਹਾਂ ਕਰੋ, ਹੁਣ ਉਹ ਟਿਕਾਣਾ ਆ ਗਿਆ ਹੈ ਤੇ ਤੁਸੀਂ ਘੋੜੀ ਤੋਂ ਥੱਲੇ ਉਤਰ ਆਓ ਸਾਹਮਣੇ ਜਿਹੜਾ ਇੱਕ ਲੱਕੜ ਦਾ ਕਿਲਾ ਦਿਖਾਈ ਦੇ ਰਿਹਾ ਹੈ ਨਾ, ਆਪਣੀ ਘੋੜੀ ਦੀਆਂ ਲਗਾਮਾਂ ਜਾ ਕਰਕੇ ਤੇ ਉਹਦੇ ਨਾਲ ਬੰਨ੍ਹ ਦੇਣਾ ਕਰੋ ਜੀ। ਕਹਿਣ ਲੱਗੇ, ਆਪਣੀ ਘੋੜੀ ਨੂੰ ਬੰਨ੍ਹ ਕਰਕੇ ਤੇ ਧੰਨ ਗੁਰੂ ਨਾਨਕ ਦੇਵ ਪਾਤਸ਼ਾਹ ਜੀ ਇਸ਼ਾਰਾ ਕਰਦੇ ਨੇ, ਕਹਿਣ ਲੱਗੇ, ਆਓ ਸਾਹਮਣੇ ਆਪਾਂ ਨੂੰ ਜਿਹੜਾ ਕਮਰੇ ਦਾ ਦਰਵਾਜ਼ਾ ਦਿਖਾਈ ਦਿੰਦਾ ਹੈ, ਇਸ ਦਰਵਾਜ਼ੇ ਦੇ ਥਾਣੀ ਅੰਦਰ ਜਾ ਕਰਕੇ ਪ੍ਰਵੇਸ਼ ਕਰ ਲਓ, ਤੁਹਾਨੂੰ ਧੰਨ ਗੁਰੂ ਨਾਨਕ ਦੇਵ ਪਾਤਸ਼ਾਹ ਜੀਆਂ ਦੇ ਦਰਸ਼ਨ ਹੋ ਜਾਣਗੇ। ਬਾਬੇ ਲਹਿਣੇ ਦੇ ਨਾਲ ਸਤਿਗੁਰੂ ਪਾਤਸ਼ਾਹ ਜੀਆਂ ਨੇ ਇਹ ਬਚਨ ਸਾਂਝਾ ਕੀਤਾ। ਆਪ ਹਜੂਰ ਜਾ ਕਰਕੇ ਤੇ ਅਕਲ ਵਾਂਢੀ ਬਾਬੇ ਲਹਿਣੇ ਨੂੰ ਇਹ ਬਚਨ ਕਹਿ ਕਰਕੇ ਸਤਿਗੁਰੂ ਪਾਤਸ਼ਾਹ ਜੀ ਅੱਗੇ ਨਿਕਲ ਗਏ ਹਨ। ਇੱਥੇ ਕਵੀ ਜੀ ਆਖਦੇ ਹਨ ਕਿ ਜਿਸ ਕਮਰੇ ਦੇ ਅੰਦਰ ਹਜੂਰ ਟਿਕਦੇ ਨੇ, ਇਸ ਕਮਰੇ ਨੂੰ ਦੋ ਦਰਵਾਜ਼ੇ ਸਨ। ਇੱਕ
ਵੱਡਾ ਦਰਵਾਜ਼ਾ ਸੀ ਜਿਸ ਬੰਨਿਓ ਦੀ ਸੰਗਤ ਆਣ ਕਰਕੇ ਦਰਸ਼ਨ ਕਰਦੀ ਹੈ। ਇੱਕ ਇਸ ਕਮਰੇ ਦੇ ਮਗਰਲੇ ਬੰਨੇ ਛੋਟਾ ਦਰਵਾਜ਼ਾ ਸੀ। ਸਤਿਗੁਰੂ ਪਾਤਸ਼ਾਹ ਜੀਆਂ ਨੇ ਭਾਈ ਲਹਿਣੇ ਨੂੰ ਕਹਿ ਦਿੱਤਾ ਹੈ ਕਿ ਤੁਸੀਂ ਸਾਹਮਣੇ ਇਸ ਦਰਵਾਜ਼ੇ ਦੇ ਥਾਣੀ ਪ੍ਰਵੇਸ਼ ਕਰਕੇ ਸਤਿਗੁਰਾਂ ਦੇ ਦਰਸ਼ਨ ਕਰ ਲਓ। ਆਪ ਸਤਿਗੁਰੂ ਪਾਤਸ਼ਾਹ ਜੀ ਇਸ ਕਮਰੇ ਦੇ ਪਿਛਲੇ ਦਰਵਾਜ਼ੇ ਥਾਣੀ ਪ੍ਰਵੇਸ਼ ਕਰਕੇ ਹਜੂਰ ਜਾ ਕਰਕੇ ਗੁਰਤਾ ਗੱਦੀ ਦੇ ਉਸ ਪਲੰਘ ਦੇ ਉੱਪਰ ਬੈਠ ਗਏ ਹਨ। ਅੰਦਰ ਜਾ ਕਰਕੇ ਸਤਿਗੁਰੂ ਪਾਤਸ਼ਾਹ ਜੀਆਂ ਨੇ ਚੌਕੜਾ ਮਾਰ ਕਰਕੇ ਤੇ ਪਲੰਘੇ ਦੇ ਉੱਪਰ ਬੈਠਣਾ ਕੀਤਾ ਹੈ। ਸਤਿਗੁਰੂ ਪਾਤਸ਼ਾਹ ਜੀ ਇੱਕ ਰਸ ਸ਼ਾਂਤੀ ਦੇ ਨਾਲ ਟਿਕੇ ਹੋਏ ਨੇ। ਗਿਆਨ ਦੀ ਮੂਰਤ ਸੰਸਾਰ ਨੂੰ ਤਾਰਨਹਾਰ ਸਤਿਗੁਰੂ ਪਾਤਸ਼ਾਹ ਜੀ ਪਲੰਘੇ ਤੇ ਸੁਭਾਏਮਾਨ ਹੋ ਕਰਕੇ ਸੋਭਾ ਪਾਉਂਦੇ ਹਨ। ਇੱਧਰ ਭਾਈ ਲਹਿਣਾ ਜੀ ਨੇ ਛੇਤੀ ਦੇ ਨਾਲ ਘੋੜੀ ਤੋਂ ਥੱਲੇ ਉਤਰ ਕਰਕੇ ਆਪਣੀ ਇਸ ਘੋੜੀ ਨੂੰ ਬੰਨ੍ਹ ਦਿੱਤਾ ਹੈ ਤੇ ਬੰਨ੍ਹ ਕਰਕੇ ਬੜੀ ਕਾਹਲੀ ਦੇ ਨਾਲ ਜਦੋਂ ਉਸ ਕਮਰੇ ਦੇ ਦਰਵਾਜ਼ੇ ਤੋਂ ਅੰਦਰ ਲੰਘੇ ਨੇ, ਸਾਹਮਣੇ ਧੰਨ ਸਾਹਿਬ ਸ੍ਰੀ ਗੁਰੂ ਨਾਨਕ ਦੇ ਪਾਤਸ਼ਾਹ ਜੀਆਂ ਦੇ ਰੱਜ ਕਰਕੇ ਦਰਸ਼ਨ ਕੀਤੇ ਹਨ। ਦੋਨੋਂ ਹੱਥ ਜੋੜ ਕਰਕੇ ਹਜੂਰ ਦੇ ਚਰਨਾਂ ਤੇ ਸੀਸ ਝੁਕਾ ਕਰਕੇ ਤੇ ਨਮਸਕਾਰ ਕਰ ਦਿੱਤੀ ਹੈ। ਮਨ ਬਹੁਤ ਜ਼ਿਆਦਾ ਸ਼ਰਧਾ ਦੇ ਨਾਲ ਭਿੱਜਾ ਹੋਇਆ ਹੈ, ਅੰਦਰ ਤੋਂ ਬਹੁਤ ਜ਼ਿਆਦਾ ਪ੍ਰੇਮ ਜੋੜ ਕਰਕੇ ਕਹਿਣ ਲੱਗੇ, ਜਦੋਂ ਨਮਸਕਾਰ ਕਰਕੇ ਸਤਿਗੁਰੂ ਪਾਤਸ਼ਾਹ ਜੀਆਂ ਦੇ ਪਾਸ ਬੈਠ ਗਏ ਨੇ ਤਾਂ ਬਾਬੇ ਲਹਿਣੇ ਨੇ ਜਦੋਂ ਆਪਣੀਆਂ ਅੱਖਾਂ ਦੇ ਨਾਲ ਧੰਨ ਗੁਰੂ ਨਾਨਕ ਦੇ ਪਾਤਸ਼ਾਹ ਜੀਆਂ ਦੇ ਰੱਜ ਕਰਕੇ ਦਰਸ਼ਨ ਕੀਤੇ ਤੇ ਹਜੂਰ ਦਾ ਚਿਹਰਾ ਦੇਖ ਕਰਕੇ ਤੇ ਪਛਾਣ ਕੀਤੀ ਹੈ। ਕਹਿਣ ਲੱਗੇ, ਇਹਨਾਂ ਨੇ ਤੇ ਮੈਨੂੰ ਨਾਲ ਲੈ ਕਰਕੇ ਆਏ ਨੇ ਰਸਤਾ ਦੱਸ ਕਰਕੇ, ਜਿਨ੍ਹਾਂ ਦੇ ਪਾਸੋਂ ਪੁੱਛਿਆ ਸੀ ਕਿ ਅਸੀਂ ਗੁਰੂ ਨਾਨਕ ਦੇ ਪਾਤਸ਼ਾਹ ਜੀ ਨੂੰ ਮਿਲਣਾ ਹੈ ਤੇ ਆਪ ਹੀ ਤਾਂ ਸਾਨੂੰ ਰਸਤੇ ਦੇ ਅੱਗੇ ਅੱਗੇ ਲੈ ਕਰਕੇ ਆਏ ਹਨ। ਜਦੋਂ ਸਾਹਮਣੇ ਉਹੀ ਹਜੂਰ ਦਾ ਚਿਹਰਾ ਤੱਕਿਆ ਦੇਖ ਕਰਕੇ ਤੇ ਮਨ ਬਹੁਤ ਜ਼ਿਆਦਾ ਹੈਰਾਨ ਹੋ ਗਿਆ ਹੈ ਤੇ ਮਨ ਦੇ ਨਾਲ ਭਾਈ ਲਹਿਣਾ ਜੀ ਸੋਚਦੇ ਨੇ, ਕਹਿਣ ਲੱਗੇ, ਸਾਡੇ ਕੋਲੋਂ ਬਹੁਤ ਵੱਡੀ ਭੁੱਲ ਹੋ ਗਈ ਹੈ, ਅਸੀਂ ਤੇ ਬਹੁਤ ਵੱਡਾ ਇੱਕ ਔਗਣ ਕਰ ਬੈਠੇ ਹਾਂ। ਕਹਿਣ ਲੱਗੇ, ਸੋਚਦੇ ਨੇ, ਕਹਿਣ ਲੱਗੇ, ਸਾਡੇ ਕੋਲੋਂ ਇਹ ਗੁਨਾਹ ਵੱਡਾ ਤਾਂ ਹੋ ਗਿਆ ਕਿ ਇਹੀ ਤੇ ਧੰਨ ਗੁਰੂ ਨਾਨਕ ਦੇ ਪਾਤਸ਼ਾਹ ਜੀ ਹਨ ਤੇ ਸਾਨੂੰ ਆਪ ਲੈ ਕਰਕੇ ਆਏ ਨੇ ਤੇ ਆਪ ਕਹਿਣ ਲੱਗੇ ਨੰਗੇ ਪੈਰੀ ਅੱਗੇ ਅੱਗੇ ਚੱਲ ਕਰਕੇ ਆ ਰਹੇ ਸਨ। ਪਰ ਕਹਿਣ ਲੱਗੇ, ਅਸੀਂ ਘੋੜੀ ਦੇ ਉੱਪਰ ਸਵਾਰ ਹੋ ਕਰਕੇ ਆਏ ਹਾਂ ਤੇ ਹਜੂਰ ਸਾਨੂੰ ਨਾਲ ਲੈ ਕਰਕੇ ਨੰਗੇ ਪੈਰੀ ਆਏ ਹਨ। ਜਦੋਂ ਬਾਬੇ ਲਹਿਣੇ ਦੇ ਮਨ ਨੇ ਇਹ ਸਾਰੀ ਵਿਚਾਰ ਕੀਤੀ ਹੈ ਨਾ ਤੇ ਕਹਿਣ ਲੱਗੇ, ਆਪਣੇ ਮੁਖ ਤੋਂ ਕੁਝ ਬੋਲਦੇ ਨਹੀਂ ਹੈ, ਹਜੂਰ ਦੇ ਚਿਹਰੇ ਵੱਲ ਨੂੰ ਦੇਖੀ ਜਾਂਦੇ ਨੇ, ਨਾਲੇ ਬਿਲਕੁਲ ਅੰਦਰ ਤੋਂ ਚੁੱਪ ਹੋ ਗਏ ਹਨ। ਆਪਣੀਆਂ ਦੋਨੋਂ ਨੇਤਰ ਜਿਹੜੇ ਨੇ ਉਹ ਥੱਲੇ ਕਰ ਲੈ ਤੇ ਮਨ ਦੇ ਨਾਲ ਇਹੀ ਗੱਲ ਵਿਚਾਰੀ ਜਾਂਦੇ ਨੇ, ਮੇਰੇ ਪਾਸੋਂ ਕਿੰਨੀ ਵੱਡੀ ਭੁੱਲ ਹੋ ਗਈ ਹੈ, ਅਸੀਂ ਕਿੱਡਾ ਵੱਡਾ ਗੁਨਾਹ ਕਰ ਬੈਠੇ ਹਾਂ। ਮੇਰੇ ਕਿੱਡੇ ਮਾੜੇ ਭਾਗ ਨੇ ਕਿ ਅਸੀਂ ਘੋੜੀ ਦੇ ਉੱਪਰ ਚੜ੍ਹ ਕਰਕੇ ਆਏ ਆ, ਅਸੀਂ ਘੋੜੀ ਤੋਂ ਥੱਲੇ ਨਹੀਂ ਉਤਰੇ,
ਅੱਗੇ ਅੱਗੇ ਪਾਤਸ਼ਾਹ ਤੁਰੇ ਆਏ ਤੇ ਅਸੀਂ ਘੋੜੀ ਦੀ ਸਵਾਰੀ ਕੀਤੀ ਹੈ। ਤੇ ਇਹ ਤੇ ਸਾਡੇ ਕੋਲੋਂ ਇੱਕ ਬੜੀ ਵੱਡੀ ਭੁੱਲ ਵਾਲੀ ਗੱਲ ਹੋ ਗਈ ਹੈ ਨਾ। ਸਾਰੇ ਜਗਤ ਦਾ ਸੁਆਮੀ ਸਤਿਗੁਰੂ ਪਾਤਸ਼ਾਹ ਜੀ ਪੈਦਲ ਚੱਲ ਕਰਕੇ ਆਉਂਦੇ ਹੋਣ ਤੇ ਅਸੀਂ ਉਹਨਾਂ ਦੇ ਨਾਲ ਘੋੜੀ ਤੇ ਸਵਾਰ ਕਰਕੇ ਆ ਜਾਈਏ ਤਾਂ ਮੇਰਾ ਗੁਨਾਹ ਤੇ ਬੜਾ ਵੱਡਾ ਏ ਤੇ ਪਰ ਹੁਣ ਇਹ ਬਖਸ਼ਿਆ ਕਿੱਦਾਂ ਜਾਵੇਗਾ। ਜਿਹੜੀ ਗਲਤੀ ਸਾਡੇ ਕੋਲੋਂ ਅਣਜਾਣਪੁਣੇ ਦੇ ਵਿੱਚ ਹੋ ਗਈ ਹੈ, ਇਸ ਭੁੱਲ ਨੂੰ ਹੁਣ ਅਸੀਂ ਕਿੱਦਾਂ ਬਖਸ਼ਾਵਾਂਗੇ। ਇੰਨੀਆਂ ਸੋਚਾਂ ਦੇ ਵਿੱਚ ਡੂੰਘੀ ਗਹਿਰ ਸੋਚ ਦੇ ਅੰਦਰ ਭਾਈ ਲਹਿਣਾ ਜੀ ਡੁੱਬੇ ਹੋਏ ਨੇ। ਨੇਤਰ ਥੱਲੇ ਕੀਤੇ ਤੇ ਹਜੂਰ ਦੇ ਪਾਸ ਬੈਠੇ ਹਨ। ਇਧਰ ਸਾਹਮਣੇ ਘਟ ਘਟ ਦੇ ਅੰਤਰ ਦੀ ਜਾਣਨ ਵਾਲੇ ਕਿਰਪਾ ਨਿਧਾਨ ਸਤਿਗੁਰੂ ਪਾਤਸ਼ਾਹ ਜੀ ਸਾਰਾ ਕੁਝ ਹੀ ਜਾਣਦੇ ਨੇ। ਧੰਨ ਗੁਰੂ ਨਾਨਕ ਦੇ ਪਾਤਸ਼ਾਹ ਜੀ ਨੇ ਬੜੀ ਕਿਰਪਾ ਤੇ ਰਹਿਮਤ ਭਰੇ ਸ਼ਬਦ ਜਿਹੜੇ ਹਨ ਭਾਈ ਲਹਿਣੇ ਦੇ ਨਾਲ ਸਾਂਝੇ ਕੀਤੇ ਹਨ। ਕਹਿਣ ਲੱਗੇ ਇਹ ਪੁਰਖਾ ਆਪਣੇ ਘਰ ਦੀ ਸੁੱਖ ਸਾਂਦ ਦੱਸ ਕੇ ਕਿੱਦਾਂ ਇਹ ਸਾਰਾ ਕੁਝ ਠੀਕ ਠਾਕ ਹੈ। ਸਤਿਗੁਰੂ ਪਾਤਸ਼ਾਹ ਜੀ ਭਾਈ ਲਹਿਣੇ ਨੂੰ ਪੁੱਛਦੇ ਹਨ। ਜਦੋਂ ਸਤਿਗੁਰੂ ਪਾਤਸ਼ਾਹ ਜੀਆਂ ਦੇ ਮਿੱਠੇ ਬਚਨ ਇਹ ਕੰਨਾਂ ਦੇ ਵਿੱਚ ਪਏ ਨੇ ਤੇ ਬਾਬਾ ਲਹਿਣਾ ਜੀ ਸਤਿਗੁਰੂ ਪਾਤਸ਼ਾਹ ਜੀਆਂ ਦੇ ਬਚਨ ਸਰਵਣ ਕਰਕੇ ਸਤਿਗੁਰੂ ਪਾਤਸ਼ਾਹ ਜੀ ਤੁਹਾਡੇ ਦਰਸ਼ਨਾਂ ਦੀ ਚਾਹਨਾ ਸੀ ਬੜੇ ਚਿਰ ਦੀ ਤੇ ਆਪ ਜੀਆਂ ਦੇ ਦਰਸ਼ਨ ਕਰਕੇ ਅੱਜ ਇਸ ਤਰ੍ਹਾਂ ਲੱਗਦਾ ਹੈ ਕਿ ਜਿਸ ਤਰ੍ਹਾਂ ਬਹੁਤ ਵੱਡਾ ਆਨੰਦ ਦਾ ਖਜ਼ਾਨਾ ਪ੍ਰਾਪਤ ਹੋ ਗਿਆ ਹੋਵੇ। ਸਤਿਗੁਰੂ ਪਾਤਸ਼ਾਹ ਜੀ ਸੁੱਖਾਂ ਦਾ ਮੁੱਢ ਲੱਭ ਗਿਆ ਹੈ ਮੈਨੂੰ। ਆਪ ਜੀ ਦੇ ਦਰਸ਼ਨ ਕਰਕੇ ਤੇ ਮਨ ਨਦਰੋ ਨਦਰੀ ਨਿਹਾਲ ਹੋ ਗਿਆ ਹੈ। ਗੁਰਬਾਣੀ ਦੇ ਅੰਦਰ ਪੜ੍ਹਦੇ ਹਾਂ ਮਨ ਤਨ ਹੋਏ ਨਿਹਾਲ ਜਾ ਗੁਰ ਦੇਖਾ ਸਾਹਮਣੇ ਦਰਸ਼ਨ ਦੇਖ ਜੀਵਾ ਗੁਰ ਤੇਰਾ ਪੂਰਨ ਕਰਮ ਹੋਏ ਪ੍ਰਭ ਮੇਰਾ। ਜਿਹਦੇ ਅੰਦਰ ਦਰਸ਼ਨਾਂ ਦੀ ਚਾਹਨਾ ਹੋਵੇ ਤੇ ਸਾਹਮਣੇ ਹਜ਼ੂਰ ਦੇ ਦਰਸ਼ਨ ਹੋ ਜਾਣ ਮਨ ਤੇ ਤਨ ਜਿਹੜਾ ਹੈ ਉਹ ਖਿੜ ਜਾਂਦਾ ਹੈ। ਤਾਂ ਹੀ ਤਾਂ ਫਿਰ ਹਜ਼ੂਰ ਨੇ ਬਾਅਦ ਦੇ ਵਿੱਚ ਗੁਰਬਾਣੀ ਦੇ ਅੰਦਰ ਇਹ ਸ਼ਬਦ ਵਰਤੇ ਨੇ ਦਰਸ਼ਨ ਪਰਸੀਐ ਗੁਰੂ ਕੈ ਜਨਮ ਮਰਨ ਦੁਖ ਜਾਏ। ਗੁਰੂ ਦੇ ਦਰਸ਼ਨਾਂ ਦੇ ਵਿੱਚ ਏਡੀ ਵੱਡੀ ਤਾਕਤ ਹੈ। ਕਿਤੇ ਸੱਚੇ ਮਨ ਦੇ ਨਾਲ ਗੁਰੂ ਦੇ ਦਰਸ਼ਨ ਕਰ ਲਈਏ ਸਤਿਗੁਰੂ ਕਿਰਪਾ ਕਰਕੇ ਜਨਮਾਂ ਤੇ ਜਨਮਾਂਤਰਾਂ ਦੀ ਮੈਲ ਉਤਾਰ ਦਿੰਦੇ ਨੇ। ਅੰਦਰ ਦੇ ਸਾਰੇ ਕਿਲਵਿਕ ਤੇ ਕਲੇਸ਼ ਖਤਮ ਕਰ ਦਿੰਦੇ ਨੇ। ਧੰਨ ਗੁਰੂ ਨਾਨਕ ਦੇ ਪਾਤਸ਼ਾਹ ਜੀ ਦੇ ਪਾਸ ਬੈਠ ਕਰਕੇ ਭਾਈ ਲਹਿਣਾ ਜੀ ਕਹਿੰਦੇ ਸਤਿਗੁਰੂ ਅੱਜ ਮੈਨੂੰ ਸੁੱਖਾਂ ਦਾ ਖਜ਼ਾਨਾ ਮਿਲ ਗਿਆ ਹੈ। ਸਤਿਗੁਰੂ ਪਾਤਸ਼ਾਹ ਜੀ ਅਸੀਂ ਦੇਵੀ ਦੇ ਭਗਤ ਹਾਂ ਭਾਵ ਕਿ ਅਸੀਂ ਜਵਾਲਾ ਜੀ ਦੇ ਦਰਸ਼ਨ ਕਰਨ ਦੇ ਵਾਸਤੇ ਜਾਂਦੇ ਸੀ ਤੇ ਕਹਿੰਦੇ ਜਦੋਂ ਬਾਬੇ ਲਹਿਣੇ ਨੇ ਸਤਿਗੁਰਾਂ ਦੇ ਦਰਸ਼ਨ ਕਰ ਲਏ ਨੇ ਨਾ ਤੇ ਜਿਹੜਾ ਇਹ ਭੇਸ ਆਪਣੇ ਸਰੀਰ ਦੇ ਉੱਪਰ ਧਾਰਨ ਕੀਤਾ ਹੋਇਆ ਸੀ ਜਿੱਦਾਂ ਮਾਤਾ ਦੇ ਦਰਸ਼ਨ ਕਰਨ ਜਾਂਦੇ ਸਨ ਉਸ ਤਰ੍ਹਾਂ ਦੇ ਕੱਪੜੇ ਪਹਿਨੇ ਸਨ। ਪਰ ਜਦੋਂ ਧੰਨ ਗੁਰੂ ਨਾਨਕ ਦੇ ਪਾਤਸ਼ਾਹ ਜੀ ਦੇ ਦਰਸ਼ਨ ਹੋ ਗਏ ਤੇ ਬਾਬੇ ਲਹਿਣੇ ਨੇ ਆਪਣਾ ਉਹ ਵਾਲੇ ਕੱਪੜੇ ਉਤਾਰ ਕਰਕੇ ਪਾਸੇ ਤਿਆਗ ਦਿੱਤੇ ਹਨ। ਪੈਰਾਂ ਦੇ ਵਿੱਚ ਘੁੰਗਰੂ ਬੰਨ ਕਰਕੇ ਜਾਂਦੇ ਸਨ ਤੇ ਜਿਹੜੇ ਪੈਰਾਂ ਦੇ ਅੰਦਰ ਘੁੰਗਰੂ ਬੰਨੇ ਹੋਏ ਨੇ ਸਤਿਗੁਰੂ ਪਾਤਸ਼ਾਹ ਜੀ ਦੇ ਦਰਸ਼ਨ ਹੋ ਗਏ ਪੈਰਾਂ ਦੇ ਘੁੰਗਰੂ ਤੋੜ ਕਰਕੇ ਤੇ ਪਾਸੇ ਸੁੱਟ ਦਿੱਤੇ ਹਨ। ਜਿਹੜੀ ਆਪਣੀ ਅੱਗੇ ਜਾਣ ਦੀ ਆਸ ਰੱਖੀ ਸੀ ਨਾ ਕਿਉਂਕਿ ਭਾਈ ਲਹਿਣਾ ਜੀ
ਆਪਣੇ ਨਾਲ ਦੇ ਮਿੱਤਰਾਂ ਨੂੰ ਕਹਿ ਕਰਕੇ ਆਏ ਸਨ ਕਿ ਤੁਸੀਂ ਬੈਠੋ, ਅਸੀਂ ਗਏ ਤੇ ਦਰਸ਼ਨ ਕਰਕੇ ਵਾਪਸ ਮੁੜ ਕਰਕੇ ਆਏ ਤੇ ਫਿਰ ਆਪਾਂ ਅਗਾਂਹ ਚੱਲਾਂਗੇ, ਅੱਗੇ ਜਾ ਕਰਕੇ ਫਿਰ ਦਰਸ਼ਨ ਕਰਾਂਗੇ। ਪਰ ਕਹਿੰਦੇ ਜਦੋਂ ਸਤਿਗੁਰੂ ਪਾਤਸ਼ਾਹ ਜੀ ਦੇ ਦਰਸ਼ਨ ਹੋ ਗਏ, ਹੁਣ ਇਸ ਤੋਂ ਅੱਗੇ ਚੱਲ ਕਰਕੇ ਜਾਣਾ ਹੈ, ਇਹ ਆਸ ਤੇ ਖਤਮ ਹੀ ਕਰ ਦਿੱਤੀ ਹੈ। ਬਸ ਸਤਿਗੁਰੂ ਪਾਤਸ਼ਾਹ ਜੀ ਦੇ ਚਰਨਾਂ ਦੇ ਵਿੱਚ ਬੈਠ ਗਏ ਤੇ ਸਤਿਗੁਰੂ ਪਾਤਸ਼ਾਹ ਜੀ ਦੇ ਚਰਨਾਂ ਦਾ ਹੀ ਆਸਰਾ ਤੱਕ ਲਿਆ ਹੈ। ਹੁਣ ਇੱਥੇ ਬਾਬੇ ਲਹਿਣੀ ਨੇ ਆਪਣੇ ਮਨ ਦੇ ਨਾਲ ਇੱਕ ਵਿਚਾਰ ਕੀਤੀ, ਕਹਿਣ ਲੱਗੇ ਜੇ ਅਸੀਂ ਆਪਣੇ ਜਿਹੜੀ ਗੱਲ ਚਿੱਤ ਦੇ ਅੰਦਰ ਸੋਚਦੇ ਹਾਂ, ਜੇ ਤਾਂ ਹਜੂਰ ਅੰਦਰ ਦੀਆਂ ਜਾਣਨ ਵਾਲੇ ਨੇ, ਜੇ ਹਰ ਇੱਕ ਦੇ ਹਿਰਦੇ ਦੀ ਖਬਰ ਰੱਖਦੇ ਹਨ ਤਾਂ ਫਿਰ ਹਜੂਰ ਸਾਡੇ ਕਹਿਣ ਤੋਂ ਬਿਨਾ ਸਾਡੀ ਝੋਲੀ ਦੇ ਵਿੱਚ ਇਹ ਬਚਨ ਪਾਉਣ ਕਿ ਭਾਈ ਇੱਦਾਂ ਕਰੋ, ਤੁਸੀਂ ਹੁਣ ਆਪਣੇ ਘਰ ਨੂੰ ਵਾਪਸ ਮੁੜ ਜਾਓ, ਫਿਰ ਕੁਝ ਸਮਾਂ ਪਾ ਕਰਕੇ ਤੇ ਦੁਬਾਰਾ ਆਇਓ ਸਾਡੇ ਕੋਲ। ਕਹਿਣ ਲੱਗੇ ਫਿਰ ਅਸੀਂ ਆਪਣੇ ਹਿਰਦੇ ਦੇ ਅੰਦਰ ਬਹੁਤ ਜ਼ਿਆਦੀ ਸ਼ਰਧਾ ਭਾਵਨਾ ਤੇ ਪ੍ਰੇਮ ਨੂੰ ਧਾਰਨ ਕਰਕੇ ਸਤਿਗੁਰੂ ਗੁਰੂ ਨਾਨਕ ਦੇਵ ਪਾਤਸ਼ਾਹ ਜੀਆਂ ਦੇ ਦਰਸ਼ਨ ਕਰਨ ਦੇ ਵਾਸਤੇ ਆਵਾਂਗੇ। ਭਾਵ ਬਾਬੇ ਲਹਿਣੇ ਦੇ ਮਨ ਦੇ ਅੰਦਰ ਇਹ ਵਿਚਾਰ ਹੈ ਕਿ ਸਾਨੂੰ ਪੱਕਾ ਵਿਸ਼ਵਾਸ ਹੋ ਜਾਵੇ ਕਿ ਵਾਕਿਆ ਹੀ ਗੁਰੂ ਪੂਰਾ ਹੈ, ਕਿਉਂਕਿ ਜਿਹੜਾ ਪੂਰਾ ਹੈ ਉਹ ਹਿਰਦੇ ਦੀ ਜਾਣਨ ਵਾਲਾ ਹੈ। ਅਧੂਰੇ ਵੀ ਬਹੁਤ ਨੇ ਸੰਸਾਰ ਦੇ ਅੰਦਰ ਗੁਰੂ ਕਹਾਉਣ ਵਾਲੇ, ਪਰ ਕੇਵਲ ਤੇ ਕੇਵਲ ਕਹਿਣ ਦੀਆਂ ਗੱਲਾਂ ਨੇ। ਜਿਹੜਾ ਪੂਰਾ ਹੁੰਦਾ ਹੈ ਉਹ ਹਰ ਇੱਕ ਦੇ ਹਿਰਦੇ ਦੀ ਖਬਰ ਰੱਖਣ ਵਾਲਾ ਹੈ ਤੇ ਬਾਬੇ ਲਹਿਣੇ ਦੇ ਮਨ ਦੇ ਅੰਦਰ ਹੈ। ਜੇ ਸਤਿਗੁਰੂ ਜਾਣਦੇ ਨੇ, ਅਸੀਂ ਮਨੋਰਥ ਧਾਰਨ ਕਰ ਲਿਆ ਹਿਰਦੇ ਦੇ ਅੰਦਰ ਕਿ ਸਤਿਗੁਰੂ ਸਾਨੂੰ ਆਗਿਆ ਦੇ ਦੇਣ ਕਿ ਤੁਸੀਂ ਵਾਪਸ ਚਲੇ ਜਾਓ, ਕੁਝ ਸਮੇਂ ਦੇ ਦੁਬਾਰਾ ਫੇਰ ਮੁੜ ਕਰਕੇ ਆਇਓ। ਜੇ ਸਤਿਗੁਰੂ ਇਹ ਸਾਡੇ ਹਿਰਦੇ ਦੀ ਗੱਲ ਜਾਣਦੇ ਹਨ ਤਾਂ ਕਹਿਣ ਲੱਗੇ ਅਜੇ ਬਾਬੇ ਲਹਿਣੇ ਦੇ ਮਨ ਦੇ ਅੰਦਰ ਇਸ ਗੱਲ ਦਾ ਖਿਆਲ ਹੀ ਚੱਲ ਰਿਹਾ ਸੀ ਕਿ ਜੇ ਕਿਤੇ ਐਦਾਂ ਹੋ ਜਾਵੇ ਤਾਂ ਤੇ ਜਿਸ ਪਾਤਸ਼ਾਹ ਦੇ ਪਾਸ ਬੈਠੇ ਨੇ ਹਿਰਦੇ ਦੇ ਅੰਦਰ ਅਜੇ ਵਿਚਾਰ ਹੀ ਚੱਲ ਰਹੀ ਹੈ ਤੇ ਧੰਨ ਗੁਰੂ ਨਾਨਕ ਦੇਵ ਪਾਤਸ਼ਾਹ ਜੀਆਂ ਨੇ ਆਪਣੇ ਸੁਭਾਏ ਮਨ ਮੁਖ ਦੇ ਵਿੱਚੋਂ ਇਹ ਵਚਨ ਕਹਿ ਦਿੱਤੇ ਹਨ। ਕਹਿਣ ਲੱਗੇ ਪੁਰਖਾ ਇਹ ਭਾਈ ਤੁਸੀਂ ਇਸ ਤੋਂ ਅੱਗੇ ਹੋਰ ਕਿਤੇ ਵੀ ਜਾਣਾ ਸੀ, ਹਾਲਾਂਕਿ ਹਜੂਰ ਦੇ ਨਾਲ ਗੱਲ ਸਾਂਝਾ ਨਹੀਂ ਕੀਤੀ। ਸਤਿਗੁਰੂ ਕਹਿੰਦੇ ਨੇ ਤੁਸੀਂ ਇਥੋਂ ਕਰਕੇ ਤੇ ਜਿਹੜੇ ਪਾਸੇ ਅੱਗੇ ਜਾਣਾ ਸੀ। ਕਹਿਣ ਲੱਗੇ ਤੁਸੀਂ ਉਥੋਂ ਵਾਲਾ ਭੇਖ ਕਿਉਂ ਧਾਰਨ ਕਰ ਦਿੱਤਾ ਹੈ? ਜਿਹੜਾ ਭੇਸ ਆਪਣੇ ਸਰੀਰ ਦੇ ਉੱਪਰ ਧਾਰਨ ਕੀਤਾ ਸੀ ਉਹ ਕਿਉਂ ਬਦਲੀ ਕਰ ਦਿੱਤਾ ਏ ਕਿ ਹੁਣ ਉੱਥੇ ਜਾਣ ਦੀ ਮਨ ਨੇ ਵਿਚਾਰ ਬਦਲ ਦਿੱਤੀ ਹੈ। ਇੱਥੇ ਆਖਦੇ ਨੇ ਭਾਈ ਲਹਿਣੇ ਨੇ ਹੱਥ ਜੋੜ ਲੈ ਤੇ ਹੱਥ ਜੋੜ ਕਰਕੇ ਕਹਿਣ ਲੱਗੇ ਸਤਿਗੁਰੂ ਇਹ ਤੇ ਇਦਾਂ ਹੋ ਗਿਆ ਹੈ ਜਿੱਦਾਂ ਇੱਕ ਸ਼ਹਿਦ ਦੀ ਮੱਖੀ ਉੱਠਦੀ ਹੈ ਨਾ, ਉਹਦੇ ਮਨ ਦੇ ਅੰਦਰ ਹੁੰਦਾ ਹੈ ਕਿ ਮੈਂ ਦੂਰ ਜਾ ਕਰਕੇ ਤੇ ਸ਼ਹਿਦ ਇਕੱਠਾ ਕਰਕੇ ਲਿਆਉਣਾ ਹੈ ਤੇ ਉਹ ਉਡਾਰੀ ਭਰਦੀ ਹੈ ਦੂਰ ਫੁੱਲਾਂ ਦੇ ਉੱਪਰ ਬੈਠ ਕਰਕੇ ਤੇ ਮੈਂ ਸ਼ਹਿਦ ਨੂੰ ਇਕੱਠਾ ਕਰਨਾ ਹੈ। ਤੇ ਜਦੋਂ ਉਹ ਆਪਣੇ ਘਰ ਨੂੰ ਛੱਡ ਕਰਕੇ ਤੁਰਦੀ ਹੈ ਤੇ ਕਿਤੇ ਦੂਰ ਜਾਣ ਦੀ ਸੋਚਦੀ ਹੈ ਕਿ ਫਲਾਣੇ ਥਾਂ ਦੇ ਉੱਪਰ ਜਾ ਕਰਕੇ ਉੱਤੇ ਫੁੱਲਾਂ ਦੇ ਰਸਾਂ ਨੂੰ ਚੂਸਾਂਗੀ ਤੇ ਉੱਥੋਂ ਮੈਂ ਫਿਰ ਸ਼ਹਿਦ ਇਕੱਠਾ ਕਰਕੇ ਲਿਆਉਣਾ ਹੈ। ਤੇ ਕਹਿਣ ਲੱਗੇ ਹਜੂਰ ਤੇ ਜਦੋਂ ਉਹ ਮੱਖੀ ਉੱਡ ਕਰਕੇ ਜਾਵੇ ਤੇ ਉਹਨੂੰ ਥੋੜੀ ਜੀ ਦੂਰੀ ਦੇ ਉੱਪਰ ਹੀ ਜਾ ਕਰਕੇ ਰਸਤੇ ਦੇ ਵਿੱਚ ਕਿਤੇ ਅੰਮ੍ਰਿਤ ਦਾ ਵੱਡਾ ਖਜ਼ਾਨਾ ਮਿਲ ਜਾਵੇ, ਜਾਣਾ ਤੇ ਦੂਰ ਸੀ ਪਰ ਉਹਦੀ ਆਸ ਤੇ ਮਨੋਰਥ ਜੇ ਕਿਤੇ ਲਾਗਿਓ ਹੀ ਪੂਰੀ ਹੋ ਜਾਵੇ ਤਾਂ
ਫਿਰ ਕਹਿਣ ਲੱਗੇ ਉਹ ਮੱਖੀ ਸ਼ਹਿਦ ਲੱਭਣ ਵਾਸਤੇ ਅੱਗੇ ਨਹੀਂ ਜਾਵੇਗੀ। ਕਿਉਂ? ਕਿਉਂਕਿ ਜੋ ਕੁਝ ਵੀ ਉਹਨੂੰ ਚਾਹੀਦਾ ਸੀ ਨਾ, ਉਹਨੂੰ ਬੜੇ ਨੇੜੇ ਤੋਂ ਹੀ ਪ੍ਰਾਪਤ ਹੋ ਗਿਆ ਹੈ। ਸਤਿਗੁਰੂ ਸਾਡੇ ਦੇ ਨਾਲ ਵੀ ਇਸ ਤਰ੍ਹਾਂ ਹੀ ਹੋਇਆ ਹੈ। ਅਸੀਂ ਅੰਦਰ ਦੀ ਸ਼ਾਂਤੀ ਲੈਣ ਦੇ ਵਾਸਤੇ ਜਵਾਲਾ ਜੀ ਦੇ ਦਰਸ਼ਨ ਕਰਨ ਜਾਂਦੇ ਸੀ, ਪਰ ਸਤਿਗੁਰੂ ਅੱਜ ਜਿਹੜੇ ਅੰਮ੍ਰਿਤ ਦੇ ਕੁੰਡ ਨੂੰ ਅਸੀਂ ਲੱਭਦੇ ਫਿਰਦੇ ਸੀ, ਜਿਹੜੀ ਮਨ ਦੀ ਸ਼ਾਂਤੀ ਪ੍ਰਾਪਤ ਕਰਨ ਦੇ ਲਈ ਅਸੀਂ ਤੀਰਥਾਂ ਤੇ ਜਾਂਦੇ ਸੀ, ਅੱਜ ਸਤਿਗੁਰੂ ਉਹ ਤੀਰਥਾਂ ਦਾ ਤੀਰਥ ਸਾਨੂੰ ਰਸਤੇ 'ਚ ਹੀ ਮਿਲ ਗਿਆ। ਉਹ ਸਾਰੀ ਜਿਹੜੀ ਅੰਮ੍ਰਿਤ ਦਾ ਕੁੰਡ ਸੀ, ਅਸੀਂ ਆਪ ਜੀਆਂ ਦੇ ਦਰਸ਼ਨਾਂ ਦੇ ਵਿੱਚੋਂ ਹੀ ਪ੍ਰਾਪਤ ਕਰ ਲਿਆ ਹੈ। ਸਤਿਗੁਰੂ ਪਾਤਸ਼ਾਹ ਜੀ ਇੱਥੇ ਮੁਸਕਰਾ ਕਰਕੇ ਪੁੱਛਦੇ ਨੇ, ਕਹਿਣ ਲੱਗੇ ਭਾਈ ਫਿਰ ਹੁਣ ਕੀ ਇੱਥੋਂ ਤੁਸੀਂ ਵਾਪਸ ਆਪਣੇ ਘਰ ਨੂੰ ਮੁੜ ਕਰਕੇ ਜਾਣਾ ਹੈ? ਤੇ ਧੰਨ ਗੁਰੂ ਨਾਨਕ ਦੇਵ ਪਾਤਸ਼ਾਹ ਜੀ ਬਚਨ ਕਰਦੇ ਕਰਦੇ ਕਹਿੰਦੇ ਨੇ, ਅਸੀਂ ਨਾਂ ਤੇ ਆਪ ਜੀ ਦਾ ਪੁੱਛਿਆ ਹੀ ਨਹੀਂ ਹੈ, ਤੁਸੀਂ ਕਿਰਪਾ ਕਰਕੇ ਤੇ ਭਾਈ ਆਪਣਾ ਨਾਂ ਤੇ ਦੱਸਣਾ ਕਰੋ ਸਾਨੂੰ। ਕਹਿਣ ਲੱਗੇ ਸਤਿਗੁਰੂ ਪਾਤਸ਼ਾਹ ਜੀਆਂ ਦੇ ਪਾਵਨ ਤੇ ਪਵਿੱਤਰ ਬਚਨ ਸੁਣ ਕਰਕੇ ਤੇ ਭਾਈ ਲਹਿਣਾ ਜੀ ਫਿਰ ਆਪਣਾ ਨਾਮ ਦੱਸਦੇ ਹਨ। ਤੇ ਨਾਂ ਦੱਸਣ ਤੋਂ ਪਹਿਲਾਂ ਇੱਕ ਬੇਨਤੀ ਕਰ ਦਿੱਤੀ, ਕਹਿਣ ਲੱਗੇ ਸਤਿਗੁਰੂ ਤੁਸੀਂ ਬਖਸ਼ਣਹਾਰ ਹੋ ਤੇ ਅਸੀਂ ਬੜੇ ਵੱਡੇ ਭੁੱਲਣਹਾਰ ਆ। ਤੁਹਾਡੇ ਤੋਂ ਵੱਡਾ ਕੋਈ ਬਖਸ਼ਣ ਵਾਲਾ ਨਹੀਂ ਤੇ ਸਾਡੇ ਤੋਂ ਵੱਡਾ ਕੋਈ ਔਗਣਹਾਰ ਨਹੀਂ ਹੈ। ਸਤਿਗੁਰੂ ਮੇਰੇ ਕੋਲੋਂ ਇੱਕ ਬੜਾ ਵੱਡਾ ਗੁਨਾਹ ਹੋ ਗਿਆ ਹੈ, ਤੁਸੀਂ ਜਾਣੀ ਜਾਣ ਸਾਰਾ ਕੁਝ ਜਾਣਦੇ ਹੋ, ਕਿਰਪਾ ਤੇ ਰਹਿਮਤ ਕਰਕੇ ਸਤਿਗੁਰੂ ਸਾਨੂੰ ਬਖਸ਼ ਲੈਣਾ ਕਰੋ ਜੀ। ਸਾਡਾ ਘਰ ਹੈ ਸਤਿਗੁਰੂ ਪਾਤਸ਼ਾਹ ਜੀ ਖਡੂਰ ਨਗਰ, ਆਪ ਜੀ ਨੇ ਸਰਵਣ ਕੀਤਾ ਹੈ, ਅਸੀਂ ਖਡੂਰ ਨਗਰ ਦੇ ਅੰਦਰ ਰਹਿੰਦੇ ਹਾਂ। ਤੇ ਮੇਰੇ ਮਾਤਾ ਪਿਤਾ ਜੀ ਨੇ ਮੇਰਾ ਨਾਮ ਰੱਖਿਆ ਲਹਿਣਾ, ਤੇ ਸਾਰੇ ਸਾਨੂੰ ਇਸੇ ਨਾਮ ਦੇ ਨਾਲ ਹੀ ਬੁਲਾਉਂਦੇ ਹਨ। ਆਪ ਜੀਆਂ ਦਾ ਪਾਵਨ ਤੇ ਪਵਿੱਤਰ ਗੁਰਬਾਣੀ ਦਾ ਸ਼ਬਦ ਸਰਵਣ ਕੀਤਾ, ਤੁਹਾਡਾ ਜਦੋਂ ਦਾ ਜਸ ਸਰਵਣ ਕਰ ਲਿਆ ਹੈ, ਉਦੋਂ ਤੋਂ ਆਪ ਜੀ ਦੇ ਦਰਸ਼ਨਾਂ ਦੀ ਚਾਹਨਾ ਲੱਗੀ ਹੋਈ ਹੈ। ਸਤਿਗੁਰੂ ਬਹੁਤ ਜ਼ਿਆਦੇ ਦਿਨ ਬਤੀਤ ਹੋ ਗਏ ਨੇ ਆਪ ਜੀਆਂ ਦੇ ਦਰਸ਼ਨਾਂ ਦੀ ਚਾਹਨਾ ਕਰਦਿਆਂ ਨੂੰ। ਤੇ ਸਤਿਗੁਰੂ ਪਾਤਸ਼ਾਹ ਜੀ ਆਪ ਜੀ ਦੇ ਪਾਵਨ ਤੇ ਪਵਿੱਤਰ ਗੁਰਬਾਣੀ ਦੇ ਸ਼ਬਦ ਨੇ ਸਾਨੂੰ ਆਪਣੇ ਕੋਲ ਖਿੱਚ ਲਿਆ ਹੈ। ਇਹੋ ਜੀ ਖਿੱਚ ਪਾਈ ਅੰਦਰ ਤੋਂ ਹਜੂਰ ਅੱਜ ਅਸੀਂ ਆਪ ਜੀਆਂ ਦੇ ਦਰਸ਼ਨ ਕਰ ਲਏ ਹਨ। ਕਿਉਂਕਿ ਆਪ ਜੀ ਦੇ ਪਵਿੱਤਰ ਜਸ ਦੀ ਸੁਗੰਧੀ ਹੀ ਇਸ ਤਰ੍ਹਾਂ ਦੀ ਹੈ, ਜਿੱਧਰ ਨੂੰ ਜਾਂਦੀ ਹੈ ਉਹਨੂੰ ਆਪਣਾ ਹੀ ਬਣਾਈ ਜਾਂਦੀ ਹੈ। ਜਿਸ ਤਰ੍ਹਾਂ ਚੰਦਨ ਦਾ ਬ੍ਰਿਸ਼ ਹੁੰਦਾ ਹੈ ਨਾ, ਤੇ ਚੰਦਨ ਦੇ ਬ੍ਰਿਸ਼ ਨੂੰ ਹਵਾ ਪੂਹ ਕਰਕੇ ਨਿਕਲਦੀ ਹੈ, ਜਿਹਦੇ ਵਾਲੇ ਪਾਸੇ ਨੂੰ ਜਾਂਦੇ ਉਹਦੇ ਵਿੱਚੋਂ ਵੀ ਚੰਦਨ ਦੀ ਸੁਗੰਧੀ ਆਉਣ ਲੱਗ ਪੈਂਦੀ ਹੈ। ਧੰਨ ਗੁਰੂ ਨਾਨਕ ਦੇਵ ਪਾਤਸ਼ਾਹ ਜੀਆਂ ਦੇ ਘਰ ਦੀ ਪਾਵਨ ਤੇ ਪਵਿੱਤਰ ਗੁਰਬਾਣੀ ਤੇ ਜਸ ਦੀ ਇਹੋ ਹੀ ਮਹਿਮਾ ਹੈ, ਜਿੱਧਰ ਨੂੰ ਵੀ ਹਵਾ ਵਗਦੀ ਹੈ ਮਨ ਦੇ ਅੰਦਰ ਗੁਰੂ ਕੇ ਦਰਸ਼ਨਾਂ ਦੀ ਚਾਹਨਾ ਪੈਦਾ ਕਰ ਦਿੰਦੀ ਹੈ। ਸਤਿਗੁਰੂ ਆਪ ਜੀ ਦੇ ਪਾਵਨ ਤੇ ਪਵਿੱਤਰ ਜਸ ਦੀ ਐਸੀ ਸੁਗੰਧੀ ਹੈ। ਜਿਸ ਤਰ੍ਹਾਂ ਭਵਰਾ ਕਮਲ ਦੇ ਫੁੱਲ ਨੂੰ ਲੱਭਦਾ ਆ ਜਾਂਦਾ ਹੈ ਨਾ, ਇਸੇ ਤਰ੍ਹਾਂ ਹੀ ਸਤਿਗੁਰੂ ਅਸੀਂ ਵੀ ਆਪ ਜੀ ਦੇ ਪਾਸ ਫਿਰ ਪਹੁੰਚ ਹੀ ਗਏ ਹਾਂ। ਇੱਥੇ ਆਖਦੇ ਹਨ, ਜਦੋਂ ਬਾਬੇ ਲਹਿਣੀ ਨੇ ਇਹ ਬੇਨਤੀ ਕੀਤੀ ਧੰਨ ਗੁਰੂ ਨਾਨਕ ਦੇਵ ਪਾਤਸ਼ਾਹ ਜੀ ਦੇ ਚਰਨਾਂ ਦੇ ਵਿੱਚ, ਤੇ ਭਾਈ ਲਹਿਣੇ ਦੀ ਇਸ ਗੱਲ ਨੂੰ ਸੁਣ ਕਰਕੇ ਧੰਨ ਗੁਰੂ ਨਾਨਕ ਦੇਵ ਪਾਤਸ਼ਾਹ ਜੀ ਨੇ ਅਗਲੇ ਬਚਨ ਕਹੇ ਨੇ। ਕਹਿਣ ਲੱਗੇ ਭਾਈ ਤੁਹਾਡਾ ਨਾਮ ਵੀ ਲਹਿਣਾ ਹੈ
ਤੇ ਤੁਸੀਂ ਕੁਝ ਨਾ ਕੁਝ ਇਸ ਘਰ ਦੇ ਵਿੱਚੋਂ ਲੈਣ ਦੇ ਵਾਸਤੇ ਆਏ ਹੋ ਭਾਈ। ਤੁਸੀਂ ਲੈਣ ਵਾਸਤੇ ਆਏ ਹੋ ਤੇ ਅਸੀਂ ਆਪ ਜੀ ਨੂੰ ਕੁਝ ਦੇਣਾ ਹੈ। ਇਹ ਪਾਵਨ ਤੇ ਪਵਿੱਤਰ ਕਿਰਪਾ ਭਰੇ ਬਚਨ ਹਜੂਰ ਨੇ ਕਹਿ ਦਿੱਤੇ ਹਨ। ਇੱਥੇ ਹੁਣ ਅਗਲਾ ਮਨੋਰਥ ਸੀ ਭਾਈ ਲਹਿਣੇ ਦਾ ਕਿ ਸਤਿਗੁਰੂ ਸਾਡੇ ਹਿਰਦੇ ਦੇ ਮਨੋਰਥ ਨੂੰ ਜਾਣ ਕਰਕੇ ਤੇ ਇੱਕ ਵਾਰੀ ਸਾਨੂੰ ਵਾਪਸ ਭੇਜ ਦੇਣ। ਧੰਨ ਗੁਰੂ ਨਾਨਕ ਦੇ ਪਾਤਸ਼ਾਹ ਜੀ ਨੇ ਜਾਣ ਕਰਕੇ ਹਿਰਦੇ ਦੀ ਗੱਲ ਨੂੰ ਕਹਿਣ ਲੱਗੇ, ਏਦਾਂ ਕਰੋ ਹੁਣ ਤੁਸੀਂ ਵਾਪਸ ਚਲੇ ਜਾਓ ਆਪਣੇ ਘਰ ਨੂੰ ਮੁੜ ਕਰਕੇ। ਜਦੋਂ ਭਾਈ ਲਹਿਣੇ ਦੇ ਕੰਨਾਂ ਦੇ ਵਿੱਚ ਇਹ ਬੋਲ ਪਏ ਤੇ ਮਨ ਹੋਰ ਖਿੜ ਗਿਆ, ਕਹਿਣ ਲੱਗਾ ਵਾਕਈ ਸਤਿਗੁਰੂ ਅੰਤਰਜਾਮੀ ਨੇ ਮੇਰੇ ਹਿਰਦੇ ਦੇ ਮਨੋਰਥ ਨੂੰ ਜਾਣ ਲਿਆ। ਪਾਤਸ਼ਾਹ ਨੇ ਮੈਨੂੰ ਪੂਰਾ ਗੁਰੂ ਲੱਭ ਗਿਆ ਹੈ। ਕਹਿਣ ਲੱਗੇ ਹਿਰਦੇ ਦੇ ਅੰਦਰ ਜੋ ਵੀ ਸੋਚ ਰਹੇ ਸੀ ਧੰਨ ਗੁਰੂ ਨਾਨਕ ਦੇ ਪਾਤਸ਼ਾਹ ਜੀ ਨੇ ਸਾਡੇ ਹਿਰਦੇ ਦੀ ਗੱਲ ਕਹਿ ਦਿੱਤੀ ਹੈ। ਜੋ ਕੁਝ ਵੀ ਹਿਰਦੇ ਦੇ ਨਾਲ ਵਿਚਾਰ ਕੀਤੀ ਸਤਿਗੁਰੂ ਪਾਤਸ਼ਾਹ ਜੀ ਨੇ ਸਾਡੇ ਵਿਚਾਰ ਨੂੰ ਜਾਣ ਲਿਆ ਹੈ। ਸਤਿਗੁਰੂ ਧੰਨ ਗੁਰੂ ਨਾਨਕ ਦੇ ਪਾਤਸ਼ਾਹ ਜੀਆਂ ਨੇ ਆਪਣਾ ਹੱਥ ਜਿਹੜਾ ਸੀ ਉਹ ਕਿਰਪਾ ਭਰਿਆ ਬਾਬੇ ਲਹਿਣੇ ਦੇ ਸਿਰ ਦੇ ਉੱਪਰ ਰੱਖ ਦਿੱਤਾ ਤੇ ਸਮਝੋ ਕਿ ਬਾਬੇ ਲਹਿਣੇ ਦੇ ਕਪਾਟ ਖੋਲ ਦਿੱਤੇ ਨੇ। ਅੰਦਰ ਦਾ ਸਾਰਾ ਕੁਝ ਜਿਹੜਾ ਸੀ ਉਹ ਖਤਮ ਕਰ ਦਿੱਤਾ ਹੈ। ਉੱਠ ਕਰਕੇ ਬਾਬੇ ਲਹਿਣੇ ਨੇ ਹੱਥ ਜੋੜੇ ਤੇ ਧੰਨ ਗੁਰੂ ਨਾਨਕ ਦੇ ਪਾਤਸ਼ਾਹ ਜੀ ਦੇ ਚਰਨਾਂ ਤੇ ਨਮਸਕਾਰ ਕਰ ਦਿੱਤੀ ਹੈ। ਕਹਿਣ ਲੱਗੇ ਸਤਿਗੁਰੂ ਪਾਤਸ਼ਾਹ ਜੀਆਂ ਦੇ ਪਾਸੋਂ ਵਿਦਿਆ ਭਾਵ ਕੇ ਆਗਿਆ ਲੈ ਕਰਕੇ ਤੇ ਵਾਪਸ ਮੁੜ ਪਏ ਹਨ। ਤੇ ਹੁਣ ਜਿਹੜੇ ਆਪਣੇ ਨਾਲ ਦੀ ਸੰਗਤ ਕਰਤਾਰਪੁਰ ਦੀ ਨਗਰੀ ਤੋਂ ਬਾਹਰ ਰੋਕ ਕਰਕੇ ਗਏ ਸਨ, ਜਿਨ੍ਹਾਂ ਨੂੰ ਕਹਿ ਕਰਕੇ ਗਏ ਸਨ ਕਿ ਭਾਈ ਤੁਸੀਂ ਇੱਥੇ ਰੁਕੋ, ਅਸੀਂ ਹਜੂਰ ਦੇ ਦਰਸ਼ਨ ਕਰਕੇ ਆਉਨੇ ਤੇ ਫਿਰ ਆਪਾਂ ਅੱਗੇ ਚੱਲਾਂਗੇ। ਜਦੋਂ ਵਾਪਸ ਮੁੜ ਕਰਕੇ ਆਏ ਤੇ ਬਾਬੇ ਲਹਿਣੇ ਨੇ ਆਣ ਕਰਕੇ ਉਹਨਾਂ ਦੇ ਨਾਲ ਗੱਲ ਸਾਂਝੀ ਕੀਤੀ ਹੈ। ਕਹਿਣ ਲੱਗੇ ਤੁਹਾਨੂੰ ਸਾਰਿਆਂ ਨੂੰ ਭਾਈ ਸਾਡੇ ਵੱਲੋਂ ਨਮਸਕਾਰ ਹੈ ਤੇ ਸਾਡੇ ਵੱਲੋਂ ਤੁਹਾਨੂੰ ਸਾਰਿਆਂ ਨੂੰ ਸਤਿ ਸ੍ਰੀ ਅਕਾਲ ਹੈ। ਇਹਦਾ ਭਾਵ ਇਹ ਹੁੰਦਾ ਹੈ ਜਦੋਂ ਬੰਦਾ ਕਹਿੰਦਾ ਕਿ ਭਾਈ ਤੁਹਾਡਾ ਰਸਤਾ ਅਲੱਗ ਹੋ ਗਿਆ ਤੇ ਸਾਡਾ ਅਲੱਗ ਹੋ ਗਿਆ ਹੈ, ਅੱਜ ਤੋਂ ਅਸੀਂ ਤੁਹਾਨੂੰ ਸਤਿ ਸ੍ਰੀ ਅਕਾਲ ਬੁਲਾ ਦਿੰਦੇ ਆ। ਬਾਬੇ ਲਹਿਣੇ ਨੇ ਆਣ ਕਰਕੇ ਗੁਰੂ ਸਾਹਿਬ ਜੀ ਦੇ ਦਰਸ਼ਨ ਕੀਤੇ ਤੇ ਸਾਰੀ ਸੰਗਤ ਨੂੰ ਆਖਿਆ ਕਿ ਭਾਈ ਅੱਜ ਤੋਂ ਸਾਡਾ ਤੇ ਤੁਹਾਡਾ ਰਸਤਾ ਅਲੱਗ ਹੋ ਗਿਆ ਹੈ। ਸਾਡੇ ਮਨ ਦੀ ਹੁਣ ਇੱਕੋ ਹੀ ਇੱਛਾ ਕਿ ਅਸੀਂ ਇੱਥੋਂ ਹੀ ਵਾਪਸ ਆਪਣੇ ਘਰ ਨੂੰ ਪਰਤ ਜਾਣਾ ਹੈ, ਅਸੀਂ ਅੱਗੇ ਨਹੀਂ ਜਾਣਾ, ਅਸੀਂ ਹੁਣ ਵਾਪਸ ਆਪਣੀ ਨਗਰੀ ਖਡੂਰ ਨੂੰ ਜਾਵਾਂਗੇ। ਜਦੋਂ ਬਾਬੇ ਲਹਿਣੇ ਦੇ ਨਾਲ ਵਾਲੇ ਸਾਥੀਆਂ ਨੇ ਗੱਲ ਸੁਣੀ ਤੇ ਹੈਰਾਨ ਹੋ ਗਏ ਸੁਣ ਕਰਕੇ। ਕਹਿੰਦੇ ਜਦੋਂ ਇੱਥੋਂ ਚੱਲ ਕਰਕੇ ਗਏ ਸੀ ਤੇ ਸਾਨੂੰ ਕਹਿ ਕਰਕੇ ਗਏ ਸਨ ਅਸੀਂ ਦਰਸ਼ਨ ਕਰ ਆਈਏ ਤੇ ਆਪਾਂ ਅੱਗੇ ਫਿਰ ਜਾਵਾਂਗੇ। ਕਹਿਣ ਲੱਗੇ ਹੁਣ ਸਾਰੀ ਖੇਡ ਹੀ ਬਦਲ ਗਈ ਹੈ, ਗੱਲ ਹੀ ਬਦਲ ਦਿੱਤੀ ਹੈ ਸਾਰੀ। ਸੁਣ ਕਰਕੇ ਬੜੇ ਹੈਰਾਨ ਹੋਏ ਹਨ। ਕਹਿਣ ਲੱਗੇ ਕਿ ਬਾਬਾ ਲਹਿਣਾ ਜੀ ਘਰ ਨੂੰ ਵਾਪਸ ਕਿਉਂ ਪਰਤਣਾ ਹੈ? ਕੀ ਗੱਲ ਕੋਈ ਕੰਮ ਪੈ ਗਿਆ ਪਿੱਛੇ, ਜਾਂ ਕੋਈ ਆਪਾ ਜੀ ਨੂੰ ਸੁਨੇਹਾ ਆ ਗਿਆ ਨਗਰ ਤੋਂ ਜਿਸ ਕਰਕੇ ਤੁਸੀਂ ਇੱਥੋਂ ਹੀ ਵਾਪਸ ਮੁੜਨਾ ਚਾਹੁੰਦੇ ਹੋ? ਆਪਾਂ ਕਿਉਂ ਅੱਗੇ ਜਾ ਕਰਕੇ ਜਵਾਲਾ ਜੀ ਦੇ ਦਰਸ਼ਨ ਨਹੀਂ ਕਰਨੇ ਜਿੱਧਰ ਨੂੰ ਆਪਾਂ ਯਾਤਰਾ ਕਰਨ ਵਾਸਤੇ ਆਏ ਸੀ ਕਿ ਆਪਾਂ ਹੁਣ ਉਧਰਲੇ ਪਾਸੇ ਨੂੰ ਨਹੀਂ ਜਾਣਾ ਹੈ? ਕਹਿਣ ਲੱਗੇ ਫਿਰ ਇਸ ਸਾਰੀ ਸੰਗਤ ਦੇ ਤੁਸੀਂ ਤਾਂ ਮੁਖੀ ਹੋ, ਤੁਸੀਂ ਸਾਰਿਆਂ ਨੂੰ ਨਾਲ ਲੈ ਕਰਕੇ ਆਏ ਹੋ ਤੇ ਅੱਗੇ ਵੀ ਤੁਸੀਂ ਨਾਲ ਲੈ ਕਰਕੇ ਜਾਣਾ ਹੈ
ਤੇ ਤੁਸੀਂ ਆਖਦੇ ਹੋ ਕਿ ਅਸੀਂ ਇਸ ਤੋਂ ਅੱਗੇ ਨਹੀਂ ਜਾਣਾ, ਵਾਪਸ ਆਪਣੇ ਘਰ ਨੂੰ ਜਾਵਾਂਗੇ। ਬਾਬੇ ਲਹਿਣੇ ਨੇ ਆਪਣੇ ਸੰਗੀ ਤੇ ਸਾਥੀਆਂ ਦੀ ਗੱਲ ਸੁਣੀ ਤੇ ਸੁਣ ਕਰਕੇ ਜਵਾਬ ਦਿੰਦੇ ਨੇ, ਕਹਿਣ ਲੱਗੇ ਭਾਈ ਜਿਹੜੇ ਮਨੋਰਥ ਦੇ ਵਾਸਤੇ ਆਪਾਂ ਜਵਾਲਾ ਜੀ ਦੇ ਪਾਸ ਜਾਣਾ ਸੀ, ਅੰਦਰ ਦੀ ਖੇਡ ਪ੍ਰਾਪਤ ਕਰਨ ਦੇ ਵਾਸਤੇ, ਮਨ ਨੂੰ ਪ੍ਰੇਮ ਦੇ ਘਰ ਦੇ ਵਿੱਚ ਟਿਕਾਉਣ ਦੇ ਲਈ, ਕਹਿੰਦੇ ਸਾਡਾ ਕਾਰਜ ਤੇ ਹੋ ਗਿਆ ਇੱਥੋਂ ਹੀ ਪੂਰਾ, ਤੇ ਸਾਨੂੰ ਹੁਣ ਅੱਗੇ ਜਾਣ ਦੀ ਲੋੜ ਨਹੀਂ ਹੈ। ਭਾਵ ਕਿ ਸਾਨੂੰ ਸਤਿਗੁਰੂ ਪਾਤਸ਼ਾਹ ਜੀ ਦੇ ਦਰਸ਼ਨ ਹੋ ਗਏ ਨੇ ਤੇ ਮਨ ਨੇ ਆਵਾਜ਼ ਦਿੱਤੀ ਹੈ ਕਿ ਗੁਰੂ ਤੋਂ ਪਰੇ ਹੁਣ ਕੁਝ ਵੀ ਨਹੀਂ ਹੈ, ਜੋ ਕੁਝ ਹੈ ਸਾਰਾ ਕੁਝ ਇੱਥੇ ਹੀ ਹੈ। ਗੁਰੂ ਸਾਹਿਬ ਜੀ ਦੇ ਦਰਸ਼ਨ ਕਰ ਲਏ ਨੇ ਤੇ ਮਨ ਪ੍ਰੇਮ ਤੇ ਸ਼ਰਧਾ ਦੇ ਨਾਲ ਭਰ ਗਿਆ। ਇਸ ਤਰ੍ਹਾਂ ਲੱਗਾ ਹੈ ਕਿ ਜਿਸ ਤਰ੍ਹਾਂ ਬਹੁਤ ਵੱਡਾ ਗਵਾਚਾ ਹੋਇਆ ਖਜ਼ਾਨਾ ਲੱਭ ਗਿਆ ਸਾਨੂੰ, ਇੱਦਾਂ ਹੋ ਗਿਆ ਕਿ ਹੁਣ ਸਾਨੂੰ ਕਿਤੇ ਵੀ ਜਾਣ ਦੀ ਲੋੜ ਨਹੀਂ ਹੈ। ਮੰਨ ਲਓ ਕਿ ਬਾਬੇ ਲਹਿਣੇ ਦੇ ਘਰ ਦੇ ਅੰਦਰ ਹਿਰਦੇ ਦੇ ਵਿੱਚ ਇਹ ਬਚਨ ਘਰ ਕਰ ਗਏ ਹੋਣ, ਸਭ ਤੇ ਵੱਡਾ ਸਤਿਗੁਰੂ ਨਾਨਕ ਜਿਨ ਕੱਲ ਰਾਖੀ ਮੇਰੀ, ਗੁਰੂ ਨਾਨਕ ਦੇ ਘਰ ਤੋਂ ਵੱਡਾ ਕੋਈ ਘਰ ਹੀ ਨਹੀਂ ਹੈ। ਇੱਥੇ ਹਜ਼ੂਰ ਬਚਨ ਵਰਤਦੇ ਨੇ, ਇੱਛਾ ਪੂਰਕ ਸਰਬ ਸੁਖ ਦਾਤਾ ਹਰ, ਜਾ ਕੇ ਵਸ ਹੈ ਕਾਮ ਧੀਨਾ, ਸੋ ਐਸਾ ਹਰ ਧਿਆਈਐ ਮੇਰੇ ਜੀੜੇ, ਤਾਂ ਸਰਬ ਸੁਖ ਪਾਵੇ ਮੇਰੇ ਮਨਾ। ਭਾਈ ਲਹਿਣਾ ਜੀ ਕਹਿ ਰਹੇ ਮਨ ਦੀਆਂ ਇੱਛਾ ਪੂਰਾ ਹੋ ਗਈਆਂ ਨੇ ਸਾਰੀਆਂ ਹੀ, ਹੁਣ ਨਹੀਂ ਕਿਸੇ ਦੇ ਗਾੜੀ ਜਾ ਕਰਕੇ ਝੁਕਣ ਦੀ ਲੋੜ। ਅੱਜ ਤੋਂ ਸੀਸ ਬਾਬੇ ਨਾਨਕ ਦੇ ਚਰਨਾਂ ਤੇ ਝੁਕ ਗਿਆ। ਇਹ ਇਤਿਹਾਸ ਆਪਾਂ ਨੂੰ ਸਤਿਗੁਰੂ ਪਾਤਸ਼ਾਹ ਜੀ ਬੜੀ ਵੱਡੀ ਬਖਸ਼ਿਸ਼ ਤੇ ਰਹਿਮਤ ਸਿਖਾ ਕਰਕੇ ਜਾ ਰਹੇ ਨੇ ਕਿ ਭਾਈ ਜਿਹੜਾ ਸਿਰ ਪੂਰੇ ਗੁਰੂ ਦੇ ਚਰਨਾਂ ਦੇ ਵਿੱਚ ਝੁਕ ਜਾਵੇ ਨਾ, ਇਹਨੂੰ ਦੁਬਾਰਾ ਹੋਰ ਕਿਤੇ ਨਾ ਝੁਕਾਵੀਂ ਜਾ ਕਰਕੇ, ਕਿਉਂਕਿ ਹੋਰ ਕਿਤੇ ਝੁਕਣ ਦੀ ਤਾਂ ਲੋੜ ਹੀ ਨਹੀਂ ਹੈ। ਜਿਹਦੀ ਬਾਬੇ ਨਾਨਕ ਦੇ ਘਰ ਦੇ ਵਿੱਚੋਂ ਤੇਰੀ ਇੱਛਾ ਪੂਰੀ ਨਹੀਂ ਨਾ ਹੋਈ, ਦੁਨੀਆ ਤੇ ਜਿੱਥੇ ਮਰਜ਼ੀ ਭਟਕ ਕਰਕੇ ਦੇਖ ਲੈ, ਤੇਰੇ ਅੰਦਰ ਦੀ ਪਿਆਸ ਕੋਈ ਨਹੀਂ ਬੁਝਾ ਸਕਦਾ। ਇਸ ਦਰ ਤੋਂ ਵੱਡਾ ਦਰ ਕੋਈ ਨਹੀਂ ਹੈ। ਇੱਥੇ ਤਾਂ ਸਤਿਗੁਰੂ ਪਾਤਸ਼ਾਹ ਜੀ ਇਹੋ ਜੀਆਂ ਰਹਿਮਤਾਂ ਵਰਤਾਉਂਦੇ ਨੇ, ਕਹਿਣ ਲੱਗੇ ਵੱਡੇ ਤੋਂ ਵੱਡਾ ਔਗਣਹਾਰ ਤੇ ਪਾਪੀ ਆ ਜਾਵੇ, ਸਤਿਗੁਰੂ ਇੱਕ ਖਿੰਨ ਦੇ ਅੰਦਰ ਉਹਦੇ ਗੁਨਾਹ ਬਖਸ਼ ਕਰਕੇ ਤੇ ਉਹਦੀਆਂ ਝੋਲੀਆਂ ਰਹਿਮਤਾਂ ਦੇ ਨਾਲ ਭਰ ਦਿੰਦੇ ਨੇ। ਇਹੀ ਗੱਲ ਅੱਜ ਭਾਈ ਲਹਿਣਾ ਜੀ ਕਹਿ ਰਹੇ ਸਨ, ਕਹਿਣ ਲੱਗੇ ਸਾਡੇ ਅੰਦਰ ਦੀ ਇੱਛਾ ਪੂਰੀ ਹੋ ਗਈ ਹੈ ਭਾਈ, ਸਾਨੂੰ ਹੁਣ ਹੋਰ ਕਿਤੇ ਜਾਣ ਦੀ ਲੋੜ ਨਹੀਂ ਹੈ। ਇਥੋਂ ਨਾਲ ਦੇ ਸੰਗੇ ਬੜੇ ਪ੍ਰੇਮ ਦੇ ਨਾਲ ਫਿਰ ਪੁੱਛਣ ਲੱਗੇ, ਕਹਿਣ ਲੱਗੇ ਕਿਸ ਤਰ੍ਹਾਂ ਤੁਹਾਨੂੰ ਇਹ ਥਾਂ ਦੇ ਉੱਤੋਂ ਆਣ ਕਰਕੇ ਤੇ ਸ਼ਾਂਤੀ ਪ੍ਰਾਪਤ ਹੋ ਗਈ ਹੈ, ਤੁਸੀਂ ਤੇ ਫਿਰ ਸਾਰੀ ਰਹਿਮਤ ਇਥੋਂ ਹੀ ਪ੍ਰਾਪਤ ਕਰ ਲਈ ਹੈ। ਕਹਿਣ ਲੱਗੇ ਤੁਹਾਨੂੰ ਤੇ ਸ਼ਾਂਤੀ ਮਿਲ ਗਈ, ਤੇ ਆ ਜਿਨ੍ਹਾਂ ਨੂੰ ਨਾਲ ਲੈ ਕਰਕੇ ਆਏ ਹੋ ਸਾਰਿਆਂ ਨੂੰ ਅਸੀਂ ਤੁਹਾਨੂੰ ਮੁਖੀ ਬਣਾ ਕਰਕੇ ਤੁਰੇ ਸੀ, ਤੇ ਸਾਨੂੰ ਤੇ ਤੁਸੀਂ ਅਗਾਂਹ ਲੈ ਕਰਕੇ ਜਾਣਾ ਸੀ। ਕਹਿਣ ਲੱਗੇ ਹੁਣ ਸਾਡਾ ਕੀ ਹਾਲ ਹੋਣਾ ਹੈ ਸਾਰਿਆਂ ਦਾ, ਸਾਨੂੰ ਵੀ ਦੱਸ ਦਿਓ ਅਸੀਂ ਕਿੱਧਰ ਨੂੰ ਜਾਣਾ ਹੈ। ਤੁਹਾਡਾ ਤੇ ਮਨੋਰਥ ਹੋ ਗਿਆ ਪੂਰਾ, ਤੇ ਤੁਸੀਂ ਵਾਪਸ ਜਾ ਰਹੇ ਹੋ ਆਪਣੇ ਘਰ ਨੂੰ, ਪਰ ਹੁਣ ਅਸੀਂ ਕਿੱਧਰ ਨੂੰ ਜਾਈਏ ਸਾਨੂੰ ਵੀ ਦੱਸ ਦੇਣਾ ਕਰੋ। ਬਾਬਾ ਲਹਿਣਾ ਜੀ ਕਹਿਣ ਲੱਗੇ ਭਾਈ ਤੁਸੀਂ ਵਾਪਸ ਨਾ ਮੁੜੋ, ਤੁਸੀਂ ਏਦਾਂ ਕਰੋ ਕਿ ਅੱਗੇ ਜਵਾਲਾ ਜੀ ਦੇ ਦਰਸ਼ਨਾਂ ਨੂੰ ਚਲੇ ਜਾਓ। ਉੱਥੇ ਜਾ ਕਰਕੇ ਭਾਵਨਾ ਦੇ ਨਾਲ ਦਰਸ਼ਨ ਕਰਿਓ, ਤੇ ਦਰਸ਼ਨ ਕਰਕੇ ਆਪਣੀ ਯਾਤਰਾ ਪੂਰੀ ਕਰਕੇ ਤੇ ਫੇਰ ਹੀ ਵਾਪਸ ਮੁੜ ਕਰਕੇ ਆਉਣਾ ਹੈ। ਤੁਸੀਂ ਜਿਹੜਾ ਜਿਹੜਾ ਮਨੋਰਥ ਆਪਣੇ ਹਿਰਦੇ ਦੇ ਵਿੱਚੋਂ ਧਾਰਨ ਕਰਕੇ ਤੁਰੇ ਹੋ, ਆਪੋ ਆਪਣੇ ਘਰਾਂ ਦੇ ਵਿੱਚੋਂ ਕਹਿਣ ਲੱਗੇ ਜਾਓ, ਜਾ ਕਰਕੇ ਦਰਸ਼ਨ ਕਰਕੇ ਆਓ, ਤੇ ਦਰਸ਼ਨ ਕਰਨ ਦੇ ਨਾਲ ਤੁਹਾਡੀ ਕਹਿਣ ਲੱਗੇ ਸਾਰਿਆਂ ਦੇ ਹਿਰਦੇ ਦਾ ਮਨੋਰਥ ਪੂਰਾ ਹੋ ਜਾਵੇਗਾ।
ਕਿਰਪਾ ਨਿਜ ਕਿਰਪਾ ਕਰ ਅਬਹੀ। ਕਹਿਣ ਲੱਗੇ ਕਿਰਪਾ ਨਿਧਾਨ ਧੰਨ ਗੁਰੂ ਨਾਨਕ ਦੇਵ ਪਾਤਸ਼ਾਹ ਜੀ ਆਪ ਜੀਆਂ ਦੇ ਉੱਪਰ ਵੀ ਕਿਰਪਾ ਤੇ ਰਹਿਮਤ ਕਰਕੇ ਆਸਾ ਤੁਮਰੇ ਪੁਰੇ ਅਬਹੀ। ਤੁਹਾਡੀਆਂ ਵੀ ਭਾਈ ਸਾਰੀਆਂ ਹਿਰਦੇ ਦੀਆਂ ਮਨੋ ਭਾਵਨਾਵਾਂ ਪੂਰੀਆਂ ਹੋਣਗੀਆਂ। ਤੁਸੀਂ ਵੀ ਮਨ ਦੇ ਅੰਦਰ ਸ਼ਰਧਾ ਧਾਰਨ ਕਰੋ। ਕਿਉ ਕਰ ਬਿਨਾ ਕੀਰਤ ਸੰਗਾ। ਇਸ ਤਰ੍ਹਾਂ ਆਖਦੇ ਨੇ ਭਾਈ ਲਹਿਣੇ ਨੇ ਆਪਣੇ ਨਾਲ ਦੇ ਗਏ ਹੋਏ ਜਿਹੜੇ ਸੰਗੀ ਸਾਥੀ ਸਨ ਉਹਨਾਂ ਨੂੰ ਕਰਤਾਰਪੁਰ ਦੀ ਨਗਰੀ ਤੋਂ ਜਵਾਲਾ ਜੀ ਦੇ ਦਰਸ਼ਨ ਕਰਨ ਦੇ ਵਾਸਤੇ ਵਿਦਾ ਕਰ ਦਿੱਤਾ ਹੈ। ਬੜੇ ਉਤਸ਼ਾਹ ਦੇ ਨਾਲ ਉਹਨਾਂ ਨੂੰ ਵਿਦਾ ਕੀਤਾ ਤੇ ਵਿਦਾ ਕਰਕੇ ਭੇਜਿਆ ਹੈ ਕਿ ਭਾਈ ਜਾਓ, ਤੁਸੀਂ ਸਾਰੇ ਜਾਣੇ ਚੱਲ ਕਰਕੇ ਤੇ ਦਰਸ਼ਨ ਦੀਦਾਰੇ ਕਰਕੇ ਆਓ, ਇੱਥੋਂ ਵਾਪਸ ਨਹੀਂ ਮੁੜਨਾ। ਆਪ ਜੀ ਨੇ ਜਦੋਂ ਆਖਦੇ ਹਨ ਕਿ ਇਹ ਸਾਰੇ ਵਾਪਸ ਪਰਤ ਕਰਕੇ ਆਏ ਨੇ ਨਾ, ਫਿਰ ਇਥੋਂ ਭਾਈ ਲਹਿਣਾ ਜੀ ਨੇ ਧੰਨ ਗੁਰੂ ਨਾਨਕ ਦੇ ਪਾਤਸ਼ਾਹ ਜੀਆਂ ਦੇ ਦਰਸ਼ਨ ਤੇ ਦੀਦਾਰੇ ਕਰਕੇ ਆਪਣੇ ਹਿਰਦੇ ਦਾ ਮਨੋਰਥ ਜਿਹੜਾ ਹੈ ਉਸ ਨੂੰ ਪੂਰਨ ਕਰ ਲਿਆ ਹੈ। ਆਇਓ ਆਪ ਦੂਰ ਮਹਿ ਕਿ ਤੋ ਪਹਿਲ ਨ ਬੈਨਾ। ਕਹਿਣ ਲੱਗੇ ਉਸ ਕਰਤਾਰਪੁਰ ਨਗਰੀ ਤੋਂ ਬਾਕੀ ਦੇ ਸੱਜਣ ਅੱਗੇ ਚਲੇ ਗਏ ਨੇ ਤੇ ਭਾਈ ਲਹਿਣਾ ਜੀ ਵਾਪਸ ਮੁੜ ਆਏ ਆਪਣੇ ਖਡੂਰ ਦੀ ਨਗਰੀ ਨੂੰ। ਤੇ ਜਦੋਂ ਖਡੂਰ ਦੀ ਨਗਰੀ ਦੇ ਵਿੱਚ ਆ ਗਏ ਨੇ ਨਾ ਖਡੂਰ ਸਾਹਿਬ, ਇੱਥੇ ਆਣ ਕਰਕੇ ਭਾਈ ਲਹਿਣਾ ਜੀ ਕਿਸੇ ਦੇ ਨਾਲ ਹੁਣ ਬੋਲਦੇ ਨਹੀਂ ਹੈ। ਇਸ ਤਰ੍ਹਾਂ ਹੈ ਕਿ ਜਿਸ ਤਰ੍ਹਾਂ ਬਿਲਕੁਲ ਖਾਮੋਸ਼ ਹੋ ਗਏ ਨੇ, ਬਿਲਕੁਲ ਚੁੱਪ ਹੋ ਗਏ ਹਨ। ਜਦੋਂ ਸਤਿਗੁਰਾਂ ਦੇ ਦਰਸ਼ਨ ਨਹੀਂ ਸਨ ਨਾ ਕੀਤੇ, ਉਦੋਂ ਮਨ ਦੇ ਅੰਦਰ ਸਤਿਗੁਰਾਂ ਦੇ ਦਰਸ਼ਨਾਂ ਦੀ ਬੜਾ ਹੀ ਚਾਹਨਾ ਸੀ। ਪਰ ਅੱਜ ਜਦੋਂ ਹਜ਼ੂਰ ਦੇ ਦਰਸ਼ਨ ਕਰ ਆਏ ਨੇ ਨਾ, ਅੱਜ ਸਤਿਗੁਰਾਂ ਦਾ ਚਿਹਰਾ ਜਿਹੜਾ ਹੈ ਉਹ ਸਾਹਮਣੇ ਹੋਣ ਲੱਗ ਪਿਆ। ਕਿਸੇ ਦੇ ਨਾਲ ਬੋਲਦੇ ਨਹੀਂ ਆ, ਕੇਵਲ ਤੇ ਕੇਵਲ ਚਿੱਤ ਰਾਤ ਤੇ ਦਿਨ ਸਤਿਗੁਰੂ ਪਾਤਸ਼ਾਹ ਜੀ ਦੇ ਦਰਸ਼ਨਾਂ ਨੂੰ ਹੀ ਲੋਚਦਾ ਰਹਿੰਦਾ ਹੈ। ਜਦੋਂ ਭਾਈ ਲਹਿਣਾ ਜੀ ਇਕੱਲੇ ਵਾਪਸ ਮੁੜ ਆਏ ਨੇ ਖਡੂਰ ਸਾਹਿਬ ਦੀ ਨਗਰੀ ਨੂੰ, ਤੇ ਆਖਦੇ ਨੇ ਕਿ ਜਿਹੜੇ ਇਥੋਂ ਦੇ ਰਹਿਣ ਵਾਲੇ ਨੇ ਉਹ ਸਾਰੇ ਜਿਹੜੇ ਹਨ ਆਣ ਕਰਕੇ ਪੁੱਛਦੇ ਹਨ। ਕਹਿਣ ਲੱਗੇ ਭਾਈ ਤੁਸੀਂ ਤੇ ਸਾਰੇ ਜਾਣੇ ਜਵਾਲਾ ਜੀ ਦੇ ਦਰਸ਼ਨ ਕਰਨ ਵਾਸਤੇ ਗਏ ਸੀ, ਤੁਸੀਂ ਤੇ ਉੱਥੋਂ ਜਾ ਕਰਕੇ ਤੇ ਦਰਸ਼ਨ ਕਰਕੇ ਵਾਪਸ ਪਰਤ ਕਰਕੇ ਆਉਣਾ ਸੀ। ਫਿਰ ਤੁਸੀਂ ਵਾਪਸ ਕਿਉਂ ਆ ਗਏ ਹੋ ਰਸਤੇ ਦੇ ਵਿੱਚੋਂ ਮੁੜ ਕਰਕੇ? ਤੁਸੀਂ ਤੇ ਅਜੇ ਕੁਝ ਦਿਨ ਯਾਤਰਾ ਪੂਰੀ ਕਰਕੇ ਤੇ ਫਿਰ ਵਾਪਸ ਪਰਤਣਾ ਸੀ। ਕਹਿਣ ਲੱਗੇ ਪਰ ਤੁਸੀਂ ਕਿਉਂ ਮੁੜ ਆਏ ਹੋ ਰਸਤੇ ਦੇ ਵਿੱਚੋਂ? ਕੀ ਕਾਰਨ ਬਣਿਆ ਹੈ? ਕਿ ਹਿਰਦੇ ਦੇ ਅੰਦਰ ਕੋਈ ਇਹੋ ਜਿਹੀ ਵਿਚਾਰ ਚੱਲੀ ਹੈ? ਨਾਲ ਦੇ ਕਿੱਥੇ ਨੇ? ਤੁਸੀਂ ਇਕੱਲੇ ਆ ਗਏ ਹੋ। ਸਾਰੀ ਗੱਲਬਾਤ ਜਿਹੜੀ ਉਹ ਪੁੱਛਦੇ ਹਨ। ਜਦੋਂ ਭਾਈ ਲਹਿਣੇ ਨੂੰ ਪੁੱਛਿਆ ਤੇ ਬਾਬੇ ਲਹਿਣੇ ਨੇ ਉੱਤਰ ਦਿੱਤਾ ਏ, ਕਹਿਣ ਲੱਗੇ ਇਸ ਵਾਰੀ ਅਸੀਂ ਚੱਲ ਕਰਕੇ ਨਹੀਂ ਗਏ ਭਾਈ ਜਵਾਲਾ ਜੀ ਦੇ ਦਰਸ਼ਨ ਕਰਨ ਦੇ ਲਈ, ਅਸੀਂ ਇੱਥੋਂ ਤਾਂ ਚੱਲ ਕਰਕੇ ਗਏ ਸੀ, ਪਰ ਕਹਿਣ ਲੱਗੇ ਅਸੀਂ ਜਦੋਂ ਇੱਥੋਂ ਹੀ ਤੁਰੇ ਸੀ, ਕਹਿਣ ਲੱਗੇ ਅਸੀਂ ਕਰਤਾਰਪੁਰ ਦੀ ਨਗਰੀ ਤੋਂ ਧੰਨ ਗੁਰੂ ਨਾਨਕ ਦੇ ਪਾਤਸ਼ਾਹ ਜੀਆਂ ਦੇ ਦਰਸ਼ਨ ਕਰਕੇ ਵਾਪਸ ਪਰਤ ਆਏ ਆ। ਆਪਣੇ ਨਾਲ ਦੇ ਸੰਗੀ ਸਾਥੀ ਉਤੋਂ ਅੱਗੇ ਨੂੰ ਵਿਦਾ ਕਰ ਦਿੱਤੇ ਹਨ। ਕਹਿਣ ਲੱਗੇ ਸੁਣ ਕਰਕੇ ਤੇ ਸਾਰੇ ਜਾਣੇ ਚੁੱਪ ਹੋ ਗਏ ਨੇ ਭਾਈ ਲਹਿਣੇ ਦੀ ਇਸ ਗੱਲ ਨੂੰ ਸੁਣ ਕਰਕੇ। ਕਹਿਣ ਲੱਗੇ ਕਿਸੇ ਨੇ ਵੀ ਇਸ ਅਸਲ ਭੇਦ ਨੂੰ ਨਹੀਂ ਜਾਣਿਆ ਕਿ ਬਾਬੇ ਲਹਿਣੇ ਨੇ ਜਾਣਾ ਤੇ ਜਵਾਲਾ ਜੀ ਦੇ ਦਰਸ਼ਨ ਕਰਨ ਸੀ, ਪਰ ਕਰਤਾਰਪੁਰ ਦੀ ਨਗਰੀ ਤੋਂ ਹੀ ਕਿਉਂ ਵਾਪਸ ਪਰਤ ਆਏ ਹਨ। ਇੱਧਰ ਭਾਈ ਲਹਿਣਾ ਜੀ ਆਪਣੇ ਘਰ ਦੇ ਵਿੱਚ ਟਿਕਦੇ ਨੇ,
ਜਾ ਕਰਕੇ ਇਕਾਂਤ ਜਗ੍ਹਾ ਦੇ ਵਿੱਚ ਬੈਠ ਕਰਕੇ के संग न कछु बुलाए। ਕਿਸੇ ਦੇ ਨਾਲ ਬਹੁਤਾ ਬੋਲਦੇ ਨਹੀਂ ਤੇ ਬਹੁਤੀ ਗੱਲਬਾਤ ਨਹੀਂ ਸਾਂਝੀ ਕਰਦੇ। ਜਿੱਦਣ ਦੇ ਹਜੂਰ ਦੇ ਦਰਸ਼ਨ ਕਰਕੇ ਆਏ ਨੇ ਨਾ, ਮਨ ਕੱਲੇ ਪੁਣੇ ਨੂੰ ਲੋਚਦਾ ਏ ਕਿ ਕੋਈ ਬੁਲਾਵੇ ਨਾ, ਬੜੀ ਇਕਾਂਤ ਦੇ ਨਾਲ ਚੁੱਪ ਕਰਕੇ ਬੈਠ ਕਰਕੇ ਇਸ ਤਰ੍ਹਾਂ ਲੱਗਦਾ ਹੈ ਜਿਸ ਤਰ੍ਹਾਂ ਮਨ ਜਿਹੜਾ ਹੈ ਨਾ ਉਹ ਸੰਸਾਰ ਦੇ ਵੱਲੋਂ ਬਰਾਗੀ ਹੋ ਗਿਆ ਹੈ। ਸੰਸਾਰ ਦੇ ਵੱਲੋਂ ਮਨ ਜਿਹੜਾ ਹੈ ਨਾ ਉਹ ਹਜੂਰ ਦੇ ਵਾਲੇ ਪਾਸੇ ਨੂੰ ਖਿੱਚਿਆ ਗਿਆ ਹੈ। ਕਹਿਣ ਲੱਗੇ ਇੱਕ ਰਾਤ ਆਪਣੇ ਘਰ ਦੇ ਅੰਦਰ ਬਤੀਤ ਕਰਦੇ ਨੇ। ਰਾਤ ਜਦੋਂ ਬਤੀਤ ਹੋ ਜਾਂਦੀ ਹੈ ਤਾਂ ਕਹਿਣ ਲੱਗੇ ਜਦੋਂ ਸਵੇਰ ਹੋ ਜਾਂਦੀ ਹੈ ਉੱਠ ਪੈਂਦੇ ਨੇ ਤੇ ਉੱਠਦਿਆਂ ਸਾਰੀ ਫਿਰ ਆਖਦੇ ਨੇ ਕਿ ਮਨ ਗੁਰੂ ਸਾਹਿਬ ਜੀ ਦੇ ਦਰਸ਼ਨਾਂ ਦੀ ਲਾਲਸਾ ਵਿੱਚ ਲੱਗ ਜਾਂਦਾ ਹੈ। ਅੰਦਰ ਦੀ ਹਿਰਦੇ ਦੀ ਚਾਹਨਾ ਤੇ ਖਿੱਚ ਸਤਿਗੁਰੂ ਪਾਤਸ਼ਾਹ ਜੀ ਦੇ ਦਰਸ਼ਨਾਂ ਨੂੰ ਲੋਚਣ ਲੱਗ ਪੈਂਦੀ ਹੈ। ਫਿਰ ਆਖਦੇ ਹਨ ਕਿ ਕੰਮਕਾਰ ਤਾਂ ਕਰਦੇ ਨੇ ਆਪਣੇ ਘਰ ਦਾ, ਪਰ ਕੰਮਕਾਰ ਦੇ ਵਿੱਚ ਇੱਦਾਂ ਹੁੰਦਾ ਹੈ ਜਿਸ ਤਰ੍ਹਾਂ ਚਿੱਤ ਨਹੀਂ ਲੱਗਦਾ। ਕੰਮ ਸਰੀਰ ਦੇ ਨਾਲ ਕਰਦੇ ਨੇ, ਚਿੱਤ ਗੁਰੂ ਸਾਹਿਬ ਜੀ ਦੇ ਦਰਸ਼ਨਾਂ ਨੂੰ ਲੋਚੀ ਜਾਂਦਾ ਹੈ। ਇੱਦਾਂ ਹੁੰਦਾ ਹੈ ਜਿਸ ਤਰ੍ਹਾਂ ਸਰੀਰ ਤਾਂ ਖਡੂਰ ਸਾਹਿਬ ਦੀ ਨਗਰੀ ਦੇ ਅੰਦਰ ਹੈ, ਪਰ ਅੰਦਰ ਵਾਲਾ ਮਨ ਕਰਤਾਰਪੁਰ ਦੀ ਨਗਰੀ 'ਚ ਸਤਿਗੁਰਾਂ ਦੇ ਚਰਨੀ ਬੈਠ ਗਿਆ ਹੈ। ਅੰਦਰ ਹਿਰਦੇ ਦੇ ਅੰਦਰ ਵੇਦਨਾ ਉਡਾ ਕਰਕੇ ਇੱਧਰ ਆਖਦੇ ਹਨ ਕਿ ਅੰਦਰ ਤੋਂ ਜਿਸ ਤਰ੍ਹਾਂ ਇਸ ਤਰ੍ਹਾਂ ਚਾਹਨਾ ਉੱਠਦੀ ਹੈ। ਕਵੀ ਜੀ ਆਖਦੇ ਨੇ ਜਿਸ ਤਰ੍ਹਾਂ ਰਾਤ ਦੇ ਹਨੇਰੇ ਦੇ ਵਿੱਚ ਚਕਵੀ ਤੇ ਚਕਵੇ ਦਾ ਵਿਛੋੜਾ ਪੈ ਜਾਂਦਾ ਹੈ। ਹਨੇਰਾ ਹੁੰਦਿਆਂ ਸਾਰ ਇੱਕ ਦੂਜੇ ਦੇ ਨਾਲੋਂ ਵਿਛੜ ਜਾਂਦੇ ਨੇ ਤੇ ਜਦੋਂ ਸਵੇਰ ਦਾ ਸੂਰਜ ਚੜ੍ਹਦਾ ਹੈ ਨਾ, ਉਹਨਾਂ ਦਾ ਆਪਸ ਦੇ ਵਿੱਚ ਫਿਰ ਮਿਲਾਪ ਹੋ ਜਾਂਦਾ ਹੈ। ਪਰ ਉਹਨਾਂ ਦਾ ਇੱਕ ਰਾਤ ਦਾ ਵਿਛੋੜਾ ਜਿਹੜਾ ਹੈ ਉਹਨਾਂ ਨੂੰ ਵਿਆਕਲ ਕਰ ਦਿੰਦਾ ਹੈ। ਸਾਰੀ ਰਾਤ ਅੱਖਾਂ ਦੇ ਵਿੱਚ ਨੀਂਦ ਨਹੀਂ ਪੈਂਦੀ, ਵਿਛੋੜੇ ਦੀ ਤੜਪ ਦੇ ਅੰਦਰ ਸਾਰੀ ਰਾਤ ਨਿਕਲ ਜਾਂਦੀ ਹੈ। ਇਸ ਤਰ੍ਹਾਂ ਦੀ ਹਾਲਤ ਬਣ ਚੁੱਕੀ ਹੈ ਅੰਦਰ ਦੀ ਵੇਦਨਾ ਦੀ। ਹਜੂਰ ਦੇ ਦਰਸ਼ਨ ਕਰਕੇ ਭਾਈ ਲਹਿਣਾ ਜੀ ਵਾਪਸ ਤਾਂ ਆ ਗਏ ਨੇ ਖਡੂਰ ਸਾਹਿਬ ਦੀ ਨਗਰੀ ਦੇ ਅੰਦਰ, ਪਰ ਰਾਤ ਤੇ ਦਿਨ ਜਿਹੜਾ ਹੈ ਉਹ ਵਿਛੋੜੇ ਦੀ ਤਾਂਘ ਦੇ ਵਿੱਚ ਡੁੱਬਾ ਰਹਿੰਦਾ ਹੈ। ਕਦੋਂ ਦੁਬਾਰਾ ਚੱਲ ਕਰਕੇ ਜਾਈਏ, ਕਦੋਂ ਜਾ ਕਰਕੇ ਸਤਿਗੁਰੂ ਪਾਤਸ਼ਾਹ ਜੀਆਂ ਦੇ ਦਰਸ਼ਨ ਕਰ ਲੈਣਾ ਕਰੀਏ, ਕਦੋਂ ਫਿਰ ਸਾਡੇ ਹਿਰਦੇ ਦਾ ਮਨੋਰਥ ਪੂਰਾ ਹੋ ਜਾਵੇਗਾ। ਕਿੱਦਣ ਉਹ ਦਿਨ ਆਵੇਗਾ ਜਿੱਦਣ ਅਸੀਂ ਦੁਬਾਰਾ ਜਾ ਕਰਕੇ ਹਜੂਰ ਨੂੰ ਮਿਲਣਾ ਕਰਾਂਗੇ। ਇਸੇ ਮਨ ਦੇ ਅੰਦਰ ਵਿਚਾਰ ਨੂੰ ਲੈ ਕਰਕੇ ਬਾਬਾ ਲਹਿਣਾ ਜੀ ਖਡੂਰ ਸਾਹਿਬ ਦੀ ਨਗਰੀ ਦੇ ਅੰਦਰ ਬੈਠੇ ਨੇ। ਬੈਠ ਕਰਕੇ ਮਨ ਕੇਵਲ ਤੇ ਕੇਵਲ ਗੁਰੂ ਸਾਹਿਬ ਜੀ ਦੇ ਦਰਸ਼ਨਾਂ ਨੂੰ ਲੋਚ ਰਿਹਾ ਹੈ। ਉਧਰ ਵੀ ਧੰਨ ਗੁਰੂ ਨਾਨਕ ਦੇ ਪਾਤਸ਼ਾਹ ਜੀ ਨੇ ਇਹ ਕਿਰਪਾ ਭਰੇ ਬਚਨ ਭਾਈ ਲਹਿਣਾ ਜੀ ਦੀ ਝੋਲੀ ਵਿੱਚ ਪਾ ਦਿੱਤੇ ਨੇ। ਜਦੋਂ ਹੱਥ ਜੋੜ ਕਰਕੇ ਆਖਿਆ ਸਤਿਗੁਰੂ ਮੈਨੂੰ ਬਖਸ਼ ਲਿਓ, ਮੇਰੇ ਕੋਲੋਂ ਭੁੱਲ ਹੋ ਗਈ ਹੈ। ਤੁਸੀਂ ਅੱਗੇ ਅੱਗੇ ਤੁਰ ਕਰਕੇ ਆਏ, ਅਸੀਂ ਘੋੜੀ ਤੇ ਚੜ੍ਹ ਕਰਕੇ ਆਏ ਆ, ਅਵਗਿਆ ਕਰ ਬੈਠੇ ਆ। ਤੇ ਸਤਿਗੁਰਾਂ ਦੇ ਬੜੇ ਕਿਰਪਾ ਭਰੇ ਇਹ ਬਚਨ ਸਨ। ਕਹਿ ਲੱਗੇ ਤੁਹਾਡਾ ਨਾਮ ਵੀ ਲੈਣਾ ਹੈ, ਤੁਸੀਂ ਕੁਝ ਲੈਣਾ ਹੈ ਸਾਡੇ ਕੋਲੋਂ, ਅਸੀਂ ਕੁਝ ਦੇਣਾ ਹੈ। ਜਿਹੜੇ ਲੈਣ ਵਾਸਤੇ ਆਉਂਦੇ ਨੇ ਉਹ ਘੋੜੀਆਂ ਤੇ ਚੜ੍ਹ ਕਰਕੇ ਆਉਂਦੇ ਨੇ, ਤੁਸੀਂ ਸਹੀ ਤਰੀਕੇ ਦੇ ਨਾਲ ਹੀ ਚੱਲ ਕਰਕੇ ਆਏ ਹੋ। ਤੇ ਇੱਥੇ ਹੁਣ ਬਾਬੇ ਲਹਿਣੀ ਦਾ ਮਨ ਲੋਚਦਾ ਹੈ ਤੇ ਪਤਾ ਨਹੀਂ ਸੀ ਕਿ ਗੁਰੂ ਨਾਨਕ ਦੇ ਪਾਤਸ਼ਾਹ ਜੀਆਂ ਦੇ ਇਹਨਾਂ ਬਚਨਾਂ ਦੇ ਵਿੱਚ ਕਿੱਡੀ ਵੱਡੀ ਕਿਰਪਾ ਹੈ ਕਿ ਭਾਈ ਲਹਿਣੀ ਨੂੰ ਕਹਿ ਦਿੱਤਾ ਹੈ ਤੁਸੀਂ ਕੁਝ ਲੈਣਾ ਹੈ ਤੇ ਅਸੀਂ ਕੀ ਦੇਣਾ ਹੈ। ਕੀ ਦੇਣਾ ਹੈ? ਧੰਨ ਗੁਰੂ ਨਾਨਕ ਦੇ ਪਾਤਸ਼ਾਹ ਜੀਆਂ ਨੇ ਇੱਕ ਨਾ ਇੱਕ ਦਿਨ ਆਪਣਾ ਸਾਰਾ ਸਰੂਪ ਹੀ ਭਾਈ ਲਹਿਣੀ ਨੂੰ ਦੇ ਦੇਣਾ ਹੈ, ਆਪਣਾ ਅੰਗ ਬਣਾ ਲੈਣਾ ਹੈ ਭਾਈ ਲਹਿਣੀ ਨੂੰ। ਪਰ ਖੈਰ ਇੱਥੇ
ਭਾਈ ਲਹਿਣਾ ਜੀ ਇੱਕ ਵਾਰੀ ਦਰਸ਼ਨ ਕਰਕੇ ਗੁਰੂ ਸਾਹਿਬ ਜੀ ਦੇ ਕਰਤਾਰਪੁਰ ਦੀ ਨਗਰੀ ਤੋਂ ਵਾਪਸ ਖਡੂਰ ਸਾਹਿਬ ਦੀ ਨਗਰੀ ਦੇ ਅੰਦਰ ਆ ਗਏ ਨੇ। ਸਾਰੀਆਂ ਆਸਾਂ ਛੱਡ ਦਿੱਤੀਆਂ ਮਨ ਦੇ ਵਿੱਚੋਂ, ਨਾਲ ਦੇ ਸੱਜਣਾ ਨੂੰ ਫਤਿਹ ਬੁਲਾ ਦਿੱਤੀ ਹੈ। ਤੁਸੀਂ ਚੱਲ ਕਰਕੇ ਜਾਓ ਜਵਾਲਾ ਜੀ ਦੇ ਦਰਸ਼ਨ ਕਰਨ, ਸਾਡਾ ਜ਼ਿੰਦਗੀ ਦਾ ਮਨੋਰਥ ਪੂਰਾ ਹੋ ਗਿਆ ਹੈ, ਅਸੀਂ ਹੁਣ ਕਿਸੇ ਪਾਸੇ ਨਹੀਂ ਜਾਵਾਂਗੇ, ਕਿਉਂਕਿ ਪੂਰੇ ਗੁਰੂ ਦੇ ਗਾੜੀ ਸਾਡਾ ਸੀਸ ਝੁਕ ਚੁੱਕਾ ਹੈ। ਅੱਜ ਭਾਈ ਲਹਿਣਾ ਜੀ ਖਡੂਰ ਦੀ ਨਗਰੀ ਦੇ ਅੰਦਰ ਬੈਠ ਕਰਕੇ ਮਨ ਦੇ ਅੰਦਰ ਇੱਕੋ ਹੀ ਮਨੋਰਥ ਧਾਰਨ ਕੀਤਾ ਹੈ, ਕਦੋਂ ਦੁਬਾਰਾ ਜਾ ਕਰਕੇ ਧੰਨ ਗੁਰੂ ਨਾਨਕ ਦੇਵ ਪਾਤਸ਼ਾਹ ਜੀਆਂ ਦੇ ਦਰਸ਼ਨ ਕਰੀਏ। ਸੋ ਅੱਜ ਦੇ ਦੀਵਾਨਾਂ ਦੇ ਵਿੱਚ ਇੱਥੋਂ ਤੱਕ, ਅਗੇਤਰਾ ਇਤਿਹਾਸ ਦੇਖਾਂਗੇ ਕਿ ਫਿਰ ਭਾਈ ਲਹਿਣਾ ਜੀ ਕਿੰਨੇ ਕੁ ਸਮੇਂ ਦੇ ਬਾਅਦ ਦੁਬਾਰਾ ਧੰਨ ਗੁਰੂ ਨਾਨਕ ਦੇਵ ਪਾਤਸ਼ਾਹ ਜੀ ਦੇ ਚਰਨਾਂ ਵਿੱਚ ਪਹੁੰਚ ਜਾਂਦੇ ਨੇ। ਜਾ ਕਰਕੇ ਫਿਰ ਧੰਨ ਗੁਰੂ ਨਾਨਕ ਦੇਵ ਪਾਤਸ਼ਾਹ ਜੀ ਦੇ ਦੁਬਾਰਾ ਦਰਸ਼ਨ ਕਰਦੇ ਨੇ, ਫਿਰ ਹਜ਼ੂਰ ਦੇ ਚਰਨਾਂ ਵਿੱਚ ਰਹਿੰਦੇ ਨੇ, ਕਿਹੜੀ ਕਿਹੜੀ ਸੇਵਾ ਨਿਭਾਉਂਦੇ ਨੇ, ਕਿਹੜਾ ਕਿਹੜਾ ਹੁਕਮ ਪਾਤਸ਼ਾਹ ਦਾ ਮੰਨਦੇ ਨੇ। ਕਦੋਂ ਫਿਰ ਉਹ ਸਮਾਂ ਬਣਦਾ ਜਿੱਦਣ ਧੰਨ ਗੁਰੂ ਨਾਨਕ ਦੇਵ ਪਾਤਸ਼ਾਹ ਜੀ ਗੁਰੂ ਸਾਹਿਬ ਜੀ ਨੂੰ ਘੁੱਟ ਕਰਕੇ ਛਾਤੀ ਨਾਲ ਲਾ ਕਰਕੇ ਆਪਣਾ ਅੰਗ ਬਣਾ ਲੈਂਦੇ ਨੇ। ਸਾਰਾ ਇਤਿਹਾਸ ਆਪਾਂ ਆਉਣ ਵਾਲੇ ਰਹਿੰਦੇ ਹੋਏ ਦੀਵਾਨਾਂ ਦੇ ਵਿੱਚ ਵਾਚਾਂਗੇ। ਇੱਥੋਂ ਤੱਕ ਸਤਿਗੁਰੂ ਪਾਤਸ਼ਾਹ ਜੀਆਂ ਦਾ ਪਾਵਨ ਤੇ ਪਵਿੱਤਰ ਇਤਿਹਾਸ ਆਪ ਸਰਬੱਤ ਸੰਗਤਾਂ ਦੇ ਨਾਲ ਸਾਂਝਾ ਕਰਦੇ ਆ। ਇੱਕ ਨਹੀਂ, ਅਨੇਕ ਪ੍ਰਕਾਰ ਦੀਆਂ ਭੁੱਲਾਂ ਚੁੱਕਾਂ ਹੋ ਜਾਣੀਆਂ ਸੁਭਾਵਿਕ ਨੇ। ਸਤਿਗੁਰਾਂ ਦੀ ਸਾਜੀ ਨਵਾਜੀ ਸੰਗਤ ਬਖਸ਼ਣ ਜੋਗ ਹੈ, ਬਖਸ਼ ਲੈਣਾ ਜੀ। ਅਗਾਂਹ ਵਾਸਤੇ ਸਤਿਗੁਰੂ ਪਾਤਸ਼ਾਹ ਜੀ ਕਿਰਪਾ ਕਰਨ, ਸਿਰ ਤੇ ਮਿਹਰ ਭਰਿਆ ਹੱਥ ਰੱਖ ਕਰਕੇ ਇਸੇ ਤਰ੍ਹਾਂ ਹੀ ਸਵਾਬਾ ਲੈਣ, ਸਾਡੇ ਮਨ ਦੇ ਅੰਦਰ ਚਾਉ ਪੈਦਾ ਕਰਨ, ਤਾਂ ਜੋ ਅਸੀਂ ਬੜੇ ਅਦਬ ਤੇ ਸਤਿਕਾਰ ਦੇ ਨਾਲ ਗੁਰੂ ਸਾਹਿਬ ਜੀ ਦੀ ਪਾਵਨ ਹਜ਼ੂਰੀ ਵਿੱਚ ਬੈਠ ਕਰਕੇ ਗੁਰੂ ਸਾਹਿਬ ਜੀ ਦਾ ਪਾਵਨ ਤੇ ਪਵਿੱਤਰ ਇਤਿਹਾਸ ਵਿਚਾਰ ਸਕੀਏ, ਸਰਵਣ ਕਰ ਸਕੀਏ। ਐਸੀ ਰਹਿਮਤ ਹਜ਼ੂਰ ਆਪ ਹੀ ਵਰਤਾਉਣ। ਸੋ ਆਓ ਅਖੀਰਲੀਆਂ ਪੰਕਤੀਆਂ ਪੜ੍ਹ ਕਰਕੇ ਸਮਾਪਤੀ ਕਰੀਏ ਜੀ। ਭਗਨੇ ਸੋਤਿਆ ਸਿਰ ਪਾਵਨੇ, ਮਿਲਿਓ ਸੁਹੇਤ ਪੀਰ ਮਨ ਮਾਏ, ਤੇ ਸੋ ਗਇਓ